ਐਸੀ वर्ग ਨਾਲ बड़े धक्के ਹੁੰਦੇ ਆ ਤੇ ਉਹ ਧਨਾੜ ਲੋਕ ਕੀ ਕਰਦੇ ਨੇ ਤੇ ਅਕਾਲੀ ਦਲ ਨੂੰ ਧਨਾੜਾਂ ਦੀ ਪਾਰਟੀ ਮੰਨਿਆ ਜਾਂਦਾ ਹੈ। ਇਹ ਕਿਤੇ ਨਾ ਕਿਤੇ ਤੁਹਾਨੂੰ ਪਿੰਡਾਂ ਦੇ ਵਿੱਚ ਵਖਰੇਵਾਂ ਜਾਂ ਕਿਤੇ ਨਾ ਕਿਤੇ ਇਸ ਚੀਜ਼ ਦੇ ਸਵਾਲ ਉੱਠਦੇ ਨਜ਼ਰ ਨਹੀਂ ਆ ਰਹੇ। ਕਾਂਗਰਸ ਦੇ ਵਿੱਚ ਧੜੇਬੰਦੀ ਸਿਰਾਂ ਤੇ ਹੈ, ਪਾਰਟੀ ਛੱਡ ਰਹੇ ਨੇ, ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ। ਜਿਵੇਂ ਆਪਾਂ ਜਲੰਧਰ ਦੀ ਗੱਲ ਕਰੀਏ, ਮਹਿੰਦਰ ਸਿੰਘ ਕੇਪੀ ਦੀ 2 ਜਣਿਆਂ ਨੂੰ ਟਿਕਟ ਸਿੰਪਲ ਦੇ ਦਿੱਤੇ ਤੇ ਕਿਤੇ ਨਾ ਕਿਤੇ ਆਪਣੀ ਵੀ ਗੱਲ ਆਈ ਸੀ ਕਿ ਇੱਥੋਂ ਨਵੇਂ ਸ਼ਹਿਰ ਦੀ ਕਿ 2 ਜਣਿਆਂ ਨੂੰ ਟਿਕਟ ਦਿੱਤੀ ਸੀ। ਉਹ ਕੀ ਮਾਮਲਾ ਸੀ? ਮਾਨਯੋਗ ਆਰਓ ਦੇ ਸਾਹਮਣੇ ਜਿਹੜਾ ਆ ਪਾਰਟੀ ਨੇ ਆਪਣਾ ਪੱਖ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਨੇ ਵੀਡੀਓ ਕਾਨਫਰੰਸ ਦੇ ਰਾਹੀਂ ਸਪਸ਼ਟ ਸ਼ਬਦਾਂ ਵਿੱਚ ਰੱਖਿਆ ਕਿ ਸਾਡੀ ਟਿਕਟ ਜਿਹੜੀ ਆ ਉਹ ਅਧਿਕਾਰਤ ਉਮੀਦਵਾਰ ਡਾਕਟਰ ਛਤਰਪਾਲ ਜੀ ਨੂੰ ਦਿੱਤੀ ਹੈ ਔਰ ਜਿਹੜੀ ਦੂਸਰੀ ਟਿਕਟ ਹੈ ਇਹ ਫੇਕ ਹੈ। ਇਹਦਾ ਮਤਲਬ ਜੇ ਟਿਕਟ ਫੇਕ ਹੈ ਤਾਂ ਲਿਆਉਣ ਵਾਲਿਆਂ ਵੀ ਫੇਕ ਹੈ। ਉਹ ਜਿਹੜਾ ਸਮਝੌਤੇ ਦੇ ਖਿਲਾਫ ਰੌਲਾ ਪਾਉਂਦੇ ਸੀ, ਉਹ ਸਮਝੌਤੇ ਤੋਂ 2-3 ਮਹੀਨੇ ਬਾਅਦ ਸਾਰੇ ਕਾਂਗਰਸ ਵਿੱਚ ਚਲੇ ਗਏ, ਸਾਰੇ ਹੀ ਕਾਂਗਰਸ ਵਿੱਚ ਚਲੇ ਗਏ। ਮੈਂ ਅੱਜ ਵੀ ਕਹਿ ਰਿਹਾ ਕਾਂਗਰਸ ਦੇ ਹੱਥਾਂ ਵਿੱਚ ਖੇਡਣ ਕਰਕੇ ਹੀ ਐਡਾ ਬੜਾ ਉਹਨਾਂ ਨੇ ਬਵੇਲਾ ਖੜਾ ਕੀਤਾ ਸੀ, ਜਦੋਂ ਕਿ ਗਰਾਊਂਡ ਦੇ ਉੱਤੇ ਵਰਕਰ ਦੋਨਾਂ ਪਾਰਟੀਆਂ ਦੇ ਲੱਡੂ ਬਣ ਰਹੇ ਸੀ, ਭੰਗੜੇ ਪਾ ਰਹੇ ਸੀ। ਅਸੀਂ ਬੇਦਾਗੀ ਰਹਿਣਾ ਚਾਹੁੰਦੇ ਹਾਂ। ਮੈਂ ਤਾਂ ਇਹ ਵੀ ਐਲਾਨ ਕਰ ਦਿੱਤਾ ਕਿ ਫਗਵਾੜੇ ਦੇ ਕਿਸੇ ਦਫ਼ਤਰ ਦਾ ਜਿਹੜਾ ਹਫ਼ਤੇ ਮਹੀਨੇ ਇਹ ਕਾਂਗਰਸ ਨੇ ਜਾਂ ਦੂਜੀਆਂ ਪਾਰਟੀਆਂ ਨੇ ਬੰਨੇ ਆ, ਇਹ 0 ਕਰ ਦਿੱਤੇ ਜਾਣਗੇ ਔਰ ਫਗਵਾੜੇ ਦੇ ਸਾਰੇ ਲੋਕਾਂ ਦੇ ਕੰਮ ਸਰਕਾਰੀ ਦਫ਼ਤਰਾਂ 'ਚ 0% ਕਰਪਸ਼ਨ ਦੇ ਉੱਤੇ ਹੋਣਗੇ, 0% ਕਰਪਸ਼ਨ ਔਰ ਸਰਕਾਰੀ ਫੀਸਾਂ ਤੇ ਕੰਮ ਹੋਣਗੇ। ਗੱਲ ਚੱਲੀ ਸੀ ਦਲਿਤ ਚਿਹਰੇ ਦੀ, ਐਸੀ ਚਿਹਰੇ ਦੀ, ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ, ਤੇ ਕੀ ਆਪਣਾ ਗੱਠਜੋੜ ਦੇ ਵਿੱਚ ਜੇ ਆਪਣੀ ਪਾਰਟੀ ਸੱਤਾ ਚਾਹੁੰਦੀ ਹੈ ਤੇ ਆਪਣੇ ਦਲਿਤ ਭਾਈਚਾਰੇ ਨੂੰ, ਐਸੀ ਭਾਈਚਾਰੇ ਨੂੰ ਡਿਪਟੀ ਸੀਐਮ ਦਾ ਉਹਦਾ ਮਿਲਿਆ? ਕਿਉਂਕਿ ਸੀਐਮ ਦੇ ਚਿਹਰੇ ਤੱਕ ਸੁਖਬੀਰ ਬਾਦਲ ਸਾਹਿਬ ਖੁਦ ਐਲਾਨ ਚੁੱਕੇ ਨੇ। ਕਈ ਸੀਟਾਂ ਤੇ ਇਹ ਵੀ ਹੋਇਆ ਕਿ ਉਹ ਤਾਂ ਤੁਸੀਂ ਵਾਕਫ ਹੋ, ਮੈਂ ਨਾਮ ਤਾਂ ਨਹੀਂ ਲੈਣਾ ਚਾਹੂੰਗਾ, ਕਿ ਉੱਥੇ ਸੀਟ ਆਪਣੀ ਸੀ, ਉਮੀਦਵਾਰ ਅਕਾਲੀ ਦਲ ਦਾ ਆ ਗਿਆ। ਜਦੋਂ ਇਹ ਸੀਟਾਂ ਦੀ ਅਦਲਾ ਬਦਲੀ ਹੋ ਰਹੀ ਸੀ, ਕਈ ਗੱਲਾਂ ਚਰਚਾ 'ਚ ਆਈਆਂ ਸੀ ਕਿ ਗੱਠਜੋੜ ਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਸੀ। ਕੀ ਉਹ ਚਰਚਾਵਾਂ ਹੀ ਸੀ? ਕਾਂਗਰਸ ਨੇ ਜਿਹੜੀ ਪੋਲੀਟੀਕਲ ਜਿਹੜੀ ਰਿਵੈਂਜ ਪੋਲਿਟਿਕਸ ਸ਼ੁਰੂ ਕੀਤੀ ਆ, ਰਿਵੈਂਜ ਪੋਲਿਟਿਕਸ ਦਾ ਇਹ ਨਤੀਜਾ ਆ, ਜਦੋਂ ਕਿ ਪੋਲਿਟਿਕਸ ਨੀਤੀਆਂ ਦੀ ਹੋਣੀ ਚਾਹੀਦੀ ਆ, ਲੇਕਿਨ ਕਾਂਗਰਸ ਨੇ ਮਜੀਠੀਆ ਜੀ ਨੂੰ ਲੈ ਕੇ ਜਿਸ ਤਰੀਕੇ ਨਾਲ ਅਕਾਲੀ ਦਲ ਨੂੰ ਲੈ ਕੇ ਹਰ ਜਗ੍ਹਾ ਉਹ ਨਿੱਜੀ ਲੜਾਈ ਬਣਾਈ। ਨਜ਼ਾਰਾ ਆਏਗਾ ਜਦੋਂ ਉਹਨਾਂ ਨੇ ਕਾਗਜ਼ ਭਰੇ ਅਕਾਲੀ ਦਲ, ਬਸਪਾ, ਸ਼੍ਰੋਮਣੀ ਅਕਾਲੀ ਦਲ ਗੱਠਜੋੜ ਵੱਲੋਂ ਸਰਦਾਰ ਮਜੀਠੀਆ ਜੀ ਨੇ, ਤਾਂ ਨਵਜੋਤ ਸਿੱਧੂ ਜੀ ਦੀ ਧਰਮ ਪਤਨੀ ਡਾਕਟਰ ਨਵਜੋਤ ਜੀ ਚੀਕਾਂ ਮਾਰਨ ਲੱਗ ਪਏ। ਉਹ ਤਾਂ ਇੱਥੋਂ ਤੱਕ ਕਹਿਣ ਲੱਗ ਪਏ ਜੇ ਅਸੀਂ ਹਾਰ ਗਏ ਤਾਂ ਅਸੀਂ ਆਪਣਾ ਟੀਕੇ ਲਾਣੇ ਵਾਲਾ ਕਾਰੋਬਾਰ ਮੁੜ ਕੇ ਸ਼ੁਰੂ ਕਰ ਲਾਂਗੇ। ਕਿਤੇ ਨਾ ਕਿਤੇ ਇੱਕ ਅਕਾਲੀ ਦਲ ਦੇ ਜਿਹੜੇ ਘਾਗ ਨੇਤਾ ਨੇ, ਸਰਕਾਰ ਬਾਦਲ ਸਾਹਿਬ, ਜੋ ਇੱਕ ਸਭ ਤੋਂ ਵਡੇਰੀ ਉਮਰ ਦੇ ਮੇਰੇ ਹਿਸਾਬ ਨਾਲ ਚੋਣ ਮੈਦਾਨ 'ਚ ਨੇ ਇਸ ਟਾਈਮ, ਕਿ ਉਹਨਾਂ ਦੀ ਬਣਾਈ ਹੋਈ ਰਣਨੀਤੀ ਹੈ ਕਿ ਇੱਕ ਸੀਟ ਨੂੰ ਚਰਚਾ 'ਚ ਬਣਾ ਕੇ ਬਾਕੀ ਪੰਜਾਬ ਦੇ ਮੁੱਦੇ ਭੁਲਾਏ ਦੇ। ਦੋਸ਼ ਤਾਂ ਅਕਾਲੀ ਦਲ ਤੇ ਲੱਗ ਰਹੇ ਸਰ। ਆਮ ਆਦਮੀ ਪਾਰਟੀ ਨੇ ਕੁੜੀਆਂ ਮੁੰਡੇ ਬਿਠਾ ਕੇ ਸੋਸ਼ਲ ਮੀਡੀਆ ਦੇ ਉੱਤੇ ਵੱਡੇ ਪੱਧਰ ਤੇ ਪੋਸਟਾਂ ਪਾਸਟਾਂ ਲਾ ਕੇ ਇਸ ਮਾਮਲੇ ਨੂੰ ਇੱਦਾਂ ਦਾ ਬਣਾ ਦਿੱਤਾ ਕਿ ਪੰਜਾਬ ਸਾਰਾ ਹੀ ਨਸ਼ੇੜੀ ਆ ਔਰ ਪੰਜਾਬ ਸ਼ੰਭੂ ਬਾਰਡਰ ਤੋਂ ਬਾਹਰ ਸਾਰੀ ਦੁਨੀਆ ਨੂੰ ਪੰਜਾਬ ਨਸ਼ੇੜੀ ਲੱਗਣ ਲੱਗਾ ਔਰ ਉੜਦਾ ਪੰਜਾਬ ਤੱਕ ਫਿਲਮਾਂ ਬਣਾ ਦਿੱਤੀਆਂ। ਫਗਵਾੜਾ ਨਸ਼ਿਆਂ ਦਾ ਗੜ੍ਹ ਬਣਿਆ ਆ ਔਰ ਦੁੱਖ ਦੀ ਗੱਲ ਹੈ ਫਗਵਾੜਾ ਦੇ ਚੁਣੇ ਹੋਏ ਨੁਮਾਇੰਦੇ ਹੀ ਉਹਨਾਂ ਦੇ ਆਪਣੀਆਂ ਪਾਰਟੀਆਂ 'ਚ ਵੱਡੇ ਵੱਡੇ ਅਹੁਦੇਦਾਰ ਬਣਾਏ ਆ ਔਰ ਇਹਦਾ ਮਤਲਬ ਉਹਨਾਂ ਨੂੰ ਹਿੱਸਾ ਪੱਤੀ ਜਾਂਦਾ। ਸਕਾਈ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ ਲਿਬਰੇਟ। ਅਸੀਂ ਵਿਧਾਨ ਸਭਾ ਹਲਕਾ ਫਗਵਾੜਾ ਦੇ ਵਿੱਚ ਹਾਂ। ਫਗਵਾੜਾ ਦੇ ਪਿੰਡ ਟੱਕ ਪੰਡੂਰੀ ਦੇ ਵਿੱਚ ਹਾਂ, ਜਿੱਥੇ ਸਰਦਾਰ ਜਸਵੀਰ ਸਿੰਘ ਗੜੀ ਆਪਣਾ ਚੋਣ ਪ੍ਰਚਾਰ 'ਚ ਰੁੱਝੇ ਹੋਏ ਨੇ। ਵੋਟਰਾਂ ਨੂੰ ਆਪਣੀਆਂ ਨੀਤੀਆਂ ਦੱਸ ਰਹੇ ਨੇ, ਪਾਰਟੀ ਦੀਆਂ ਨੀਤੀਆਂ ਦੱਸ ਰਹੇ ਨੇ। ਦਰਸ਼ਕਾਂ ਵਿੱਚ ਵੱਖ-ਵੱਖ ਨਾ ਬਣਦੇ ਹੋਏ ਮੈਂ ਸਿੱਧਾ ਗੜੀ ਸਾਹਿਬ ਕੋਲੇ ਜਾਵਾਂਗਾ। ਗੜੀ ਸਾਹਿਬ, ਸਕਾਈ ਨਿਊਜ਼ ਪੰਜਾਬ 'ਤੇ ਤੁਹਾਡਾ ਸਵਾਗਤ ਹੈ। ਧੰਨਵਾਦ ਜੀ, ਧੰਨਵਾਦ ਲਿਬਰੇਟ ਜੀ। ਗੜੀ ਸਾਹਿਬ, ਅਕਾਲੀ ਦਲ ਨਾਲ ਗੱਠਜੋੜ ਦੁਬਾਰਾ ਹੋਇਆ ਤੇ ਇਸ ਤੋਂ ਤੁਸੀਂ ਕੀ ਉਮੀਦ ਰੱਖਦੇ ਹੋ? ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ 2022 ਚੋਣਾਂ ਦੇ ਵਿੱਚ ਸੱਤਾ ਦਾ ਨਿਰਮਾਣ ਕਰੇਗਾ। ਬਸਪਾ ਸੱਤਾ ਦੀ ਹਿੱਸੇਦਾਰ ਪਾਰਟੀ ਹੋਏਗੀ। ਫਿਰ ਤੁਸੀਂ ਕੀ ਲੱਗਦੇ ਹੋ ਫਗਵਾੜੇ ਵਿੱਚ ਕਿਹੜੀਆਂ ਐਸੀਆਂ ਜਿਹੜੀਆਂ ਲੋੜਾਂ ਨੇ ਜਿਨ੍ਹਾਂ ਨੂੰ ਤੁਸੀਂ ਲੋਕਾਂ ਨੂੰ ਪੂਰੀਆਂ ਕਰਨ ਦਾ ਵਾਅਦਾ ਕਰ ਰਹੇ ਹੋ? ਦੇਖੋ, ਫਗਵਾੜੇ ਦੀ ਸਭ ਤੋਂ ਵੱਡੀ ਮੁਸ਼ਕਿਲ ਤਾਂ ਇਹਨੂੰ ਜ਼ਿਲ੍ਹਾ ਬਣਾਉਣਾ ਹੀ ਆ। ਮੈਂ ਪਿਛਲੇ 4-5 ਮਹੀਨਿਆਂ ਤੋਂ ਇਸ ਬਿਮਾਰੀ ਨੂੰ ਪੜ੍ਹਿਆ, ਸੁਣਿਆ, ਬਾਚਿਆ, ਮਹਿਸੂਸ ਕੀਤਾ ਤੇ ਅੱਜ ਮੈਂ ਹਰ ਮੰਚ ਤੋਂ ਐਲਾਨ ਕਰਦਾ ਕਿ ਅਸੀਂ ਫਗਵਾੜੇ ਨੂੰ ਜ਼ਿਲ੍ਹਾ ਬਣਾਵਾਂਗੇ।
ਫਗਵਾੜੇ ਦਾ ਜਿਹੜਾ ਸਰਕਾਰੀ ਦਫ਼ਤਰ ਹੈ ਭ੍ਰਿਸ਼ਟਾਚਾਰ ਦੇ ਅੱਡੇ ਬਣੇ ਪਏ ਆ। ਸਾਡੇ ਰਾਜ ਵਿੱਚ 0% ਟੋਲਰੈਂਸ ਹੋਏਗੀ ਔਰ ਨਸ਼ੇ ਕਰਪਸ਼ਨ ਹਰ ਦਫ਼ਤਰ ਦੀ ਅਸੀਂ 100% ਖਤਮ ਕਰਾਂਗੇ। ਔਰ ਫਗਵਾੜਾ ਨਸ਼ਿਆਂ ਦਾ ਗੜ੍ਹ ਬਣਿਆ ਆ। ਔਰ ਦੁੱਖ ਦੀ ਗੱਲ ਹੈ ਫਗਵਾੜਾ ਦੇ ਚੁਣੇ ਹੋਏ ਨੁਮਾਇੰਦੇ ਹੀ ਉਹਨਾਂ ਦੇ ਆਪਣੀਆਂ ਪਾਰਟੀਆਂ 'ਚ ਵੱਡੇ ਵੱਡੇ ਅਹੁਦੇਦਾਰ ਬਣਾਏ ਆ ਔਰ ਇਹਦਾ ਮਤਲਬ ਉਹਨਾਂ ਨੂੰ ਹਿੱਸਾ ਪੱਤੀ ਜਾਂਦਾ। ਨਸ਼ਿਆਂ ਦੇ ਪ੍ਰਤੀ ਸਾਡੀ 0% ਟੋਲਰੈਂਸ ਰਹੇਗੀ। ਔਰ ਇਸੇ ਤਰ੍ਹਾਂ ਫਗਵਾੜੇ ਦਾ ਹਸਪਤਾਲ ਹੈ ਉਹਨੂੰ 500 ਬੈੱਡ ਦਾ ਬਣਾਇਆ ਜਾਏਗਾ, ਪਲੱਸ ਮੈਡੀਕਲ ਕਾਲਜ ਪਲੱਸ ਮਲਟੀ ਸਪੈਸ਼ਲਿਟੀ। ਤਾਂ ਫਗਵਾੜੇ ਨੂੰ ਡਿਵੈਲਪ ਕਰਨਾ ਔਰ 116 ਸੀਟਾਂ ਦੇ ਲਈ ਨਮੂਨੇ ਦਾ ਇਹ ਅਸੈਂਬਲੀ ਬਣਾਉਣਾ ਸਾਡਾ ਮੁੱਖ ਨਿਸ਼ਾਨਾ ਹੈ। ਫਿਰ ਆਪਾਂ ਗੱਲ ਕਰੀਏ ਕਿ ਪਹਿਲਾਂ ਇੱਥੋਂ ਸੋਮ ਪ੍ਰਕਾਸ਼ ਜੀ ਐਮਐਲਏ ਸਨ ਤੇ ਜਦੋਂ ਉਹ ਐਮਪੀ ਦੇ ਚਲੇ ਗਏ ਤਾਂ ਉਹ ਕੇਂਦਰੀ ਮੰਤਰੀ ਬਣ ਗਏ ਤੇ ਭਾਜਪਾ ਦੀ ਭਾਗੀਦਾਰ ਰਹੀ ਹੈ ਅਕਾਲੀ ਦਲ, ਠੀਕ ਹੈ ਜੀ। ਹੁਣ ਉਹ ਅਕਾਲੀ ਦਲ ਭਾਜਪਾ ਦਾ ਤੋੜ ਛੋੜਾ ਕਰਕੇ ਤੁਹਾਡੇ ਨਾਲ ਆ ਗਏ ਨੇ। ਕੀ ਭਾਜਪਾ ਦਾ ਅਕਾਲੀ ਦਲ ਨਾਲ ਟੁੱਟਿਆ ਹੋਇਆ ਵੋਟ ਬੈਂਕ ਤੁਹਾਡੇ ਲਈ ਡਾਇਵਰਟ ਹੋਣ ਦੀ ਸੰਭਾਵਨਾ ਹੈ? ਦੇਖੋ, ਜਿਹੜਾ ਅੱਜ ਦੇ ਦਿਨ ਬਸਪਾ ਔਰ ਸ਼੍ਰੋਮਣੀ ਅਕਾਲੀ ਦਲ ਦੋਨਾਂ ਦਾ ਕੇਡਰ ਪੰਜਾਬ ਦੇ ਵਿੱਚ ਜਿਹੜੀ ਮਲਟੀ ਐਂਗਲ ਜਿਹੜੀ ਫਾਈਟ ਬਣੀ ਹੋਈ ਆ ਹਰ ਅਸੈਂਬਲੀ ਦੇ ਵਿੱਚ, ਜੇ ਇਹ ਦੋਨੋਂ ਹੀ ਅਸੀਂ ਕੋਸ਼ਿਸ਼ 'ਚ ਹੈ ਕਿ ਦੋਨੋਂ ਹੀ ਜਿਹੜੇ ਇਹ ਕੇਡਰ ਵੋਟ ਹੈ ਇਕੱਠੇ ਹੋ ਜਾਣ ਤਾਂ ਜਿੱਤ ਪ੍ਰਾਪਤ ਕਰਦੇ ਆ। ਔਰ ਅਸੀਂ ਇਸ ਕੋਸ਼ਿਸ਼ ਵਿੱਚ ਵੀ ਹਾਂ ਕਿ ਕਾਂਗਰਸ ਔਰ ਬੀਜੇਪੀ ਦਾ ਜਿਹੜਾ ਵੋਟ ਬੈਂਕ ਹੈ ਉਹਨੂੰ ਕਾਂਗਰਸ ਦੇ ਵਿੱਚ ਬੜੀ ਐਂਟੀ ਇਨਕਮੈਂਸੀ ਚੱਲ ਰਹੀ, ਬੜੀ ਧੜੇਬੰਦੀ ਚੱਲ ਰਹੀ। ਕਾਂਗਰਸ ਦਾ ਵੋਟਰ ਇੰਨੀ ਨਿਰਾਸ਼ਾ ਵਿੱਚ ਹੈ ਕਿ ਉਹ ਟੋਟਲੀ ਬਸਪਾ ਸ਼੍ਰੋਮਣੀ ਅਕਾਲੀ ਵੱਲ ਨੂੰ ਡਾਈਵਰਟ ਹੋ ਰਿਹਾ ਆ। ਆਮ ਆਦਮੀ ਪਾਰਟੀ ਬਿਲਕੁਲ ਨਿਵਾਣ ਦੀ ਤਰਫ ਹੈ, 0 ਤੇ ਪਹੁੰਚ ਗਈ ਆ ਔਰ ਉਹਦਾ ਕੇਡਰ ਜਿਹੜਾ ਆ ਬਸਪਾ ਸ਼੍ਰੋਮਣੀ ਅਕਾਲੀ ਦਲ ਵੱਲ ਡਾਈਵਰਟ ਹੋ ਰਿਹਾ ਆ। ਔਰ ਭਾਰਤੀ ਜਨਤਾ ਪਾਰਟੀ ਜਿਹੜੀ ਕੇਂਦਰ ਤੇ ਰਾਜ ਕਰਦੀ ਆ ਉਹਨਾਂ ਦਾ ਕਿਸਾਨ ਅੰਦੋਲਨ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਉਹ ਨੈਗੇਟਿਵਿਟੀ ਗਈ ਆ ਔਰ ਉਹਨਾਂ ਦਾ ਕੇਡਰ ਵੀ ਬਸਪਾ ਸ਼੍ਰੋਮਣੀ ਅਕਾਲੀ ਦਲ ਵੱਲ ਡਾਈਵਰਟ ਹੋਇਆ ਆ। ਇਸ ਕਰਕੇ ਅੱਜ ਇੱਕ ਨਵੀਂ ਉਮੀਦ ਜਿਹੜੀ ਪੰਜਾਬ 'ਚ ਬਣੀ ਆ ਉਹ ਬਸਪਾ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੈ ਔਰ ਇਹ ਸਾਰੇ ਕੇਡਰ ਪੱਖ ਵਿਰੋਧੀ ਪਾਰਟੀਆਂ ਦੇ ਬਸਪਾ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੂੰ ਅਟਰੈਕਟ ਕਰ ਰਹੀ ਆ ਔਰ ਉਹ ਡਾਈਵਰਟ ਹੋ ਰਹੇ ਨੇ। ਗੜੀ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਕਿ ਕਾਂਗਰਸ ਦੇ ਵਿੱਚ ਧੜੇਬੰਦੀ ਸਿਰਾਂ 'ਤੇ ਹੈ, ਪਾਰਟੀ ਛੱਡ ਰਹੇ ਨੇ ਤੇ ਉਹ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ। ਜਿਵੇਂ ਆਪਾਂ ਜਲੰਧਰ ਦੀ ਗੱਲ ਕਰੀਏ, ਮਹਿੰਦਰ ਸਿੰਘ ਕੇਪੀ ਦੀ 2 ਜਣਿਆਂ ਨੂੰ ਟਿਕਟ ਸਿੰਬਲ ਦੇ ਦਿੱਤੇ ਤੇ ਕਿਤੇ ਨਾ ਕਿਤੇ ਆਪਣੀ ਵੀ ਗੱਲ ਆਈ ਸੀਗੀ ਇੱਥੋਂ ਨਵੇਂ ਸ਼ਹਿਰ ਦੀ ਕਿ 2 ਜਣਿਆਂ ਨੂੰ ਟਿਕਟ ਦਿੱਤੀ ਸੀ। ਉਹ ਕੀ ਮਾਮਲਾ ਸੀਗਾ ਸਰ? ਨਹੀਂ, ਉੱਥੇ ਪਾਰਟੀ ਦੇ ਵਿੱਚ ਇੱਕ ਨੌਸਰਬਾਜੀ ਪਾਰਟੀ ਦੇ ਨਾਲ ਹੋਣ ਦਾ ਜਿਹੜਾ ਹੈਗਾ ਆਰਓ ਦੇ ਵਿੱਚ ਕਾਗਜ਼ ਭਰੇ ਗਏ, ਭੈਣ ਕੁਮਾਰੀ ਮਾਇਆਵਤੀ ਜੀ ਦੇ ਦਸਤਖਤ ਜਿਹੜੇ ਉਹਦੇ ਤੇ ਉੱਤੇ ਸੀਗੇ ਉਹ ਕੰਪਿਊਟਰ ਨਾਲ ਬਣਾਏ ਗਏ ਕਿ ਉਹ ਕਿਸੇ ਦੇ ਪਾਰਟੀ ਦੇ ਕਿਸੇ ਮਾਧਿਅਮ ਤੋਂ ਕੋਈ ਹੋਰ ਉਹਨਾਂ ਨੇ ਕੋਈ ਇਦਾਂ ਦਾ ਸੈੱਲ ਪਾਰਟੀ ਦੇ ਵਿੱਚ ਗੱਦਾਰੀ ਕਿਸਮ ਦਾ ਡਿਵੈਲਪ ਕੀਤਾ ਆ। ਇਹ ਤਾਂ ਜਾਂਚ ਦਾ ਵਿਸ਼ਾ ਆ। ਮਾਨਯੋਗ ਆਰਓ ਦੇ ਸਾਹਮਣੇ ਜਿਹੜਾ ਆ ਪਾਰਟੀ ਨੇ ਆਪਣਾ ਪੱਖ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਨੇ ਵੀਡੀਓ ਕਾਨਫਰੰਸ ਦੇ ਰਾਹੀਂ ਸਪਸ਼ਟ ਸ਼ਬਦਾਂ ਵਿੱਚ ਰੱਖਿਆ ਕਿ ਸਾਡੀ ਟਿਕਟ ਜਿਹੜੀ ਆ ਉਹ ਅਸੀਂ ਉੱਥੋਂ ਅਧਿਕਾਰਤ ਉਮੀਦਵਾਰ ਡਾਕਟਰ ਨਛੱਤਰਪਾਲ ਜੀ ਨੂੰ ਦਿੱਤੀ ਆ ਔਰ ਜਿਹੜੀ ਦੂਸਰੀ ਟਿਕਟ ਹੈ ਇਹ ਫੇਕ ਹੈ। ਇਹਦਾ ਮਤਲਬ ਜੇ ਟਿਕਟ ਫੇਕ ਹੈ ਤਾਂ ਲਿਆਉਣੇ ਵਾਲਾ ਵੀ ਫੇਕ ਹੈ। ਉਹ ਟਿਕਟ ਫੇਕ ਲਿਆਂਦੀ ਕਿੱਥੋਂ ਇਹ ਉਸ ਟੱਬਰ ਨੂੰ ਦੱਸਣਾ ਚਾਹੀਦਾ ਆ। ਉਹਨਾਂ ਨੂੰ ਇਹ ਗੱਲ ਸਪਸ਼ਟ ਕਰਨੀ ਚਾਹੀਦੀ ਆ ਕਿ ਉਹ ਟਿਕਟ ਲਿਆਂਦੀ ਕਿੱਥੋਂ ਉਹਨਾਂ ਨੇ ਜਾਂ ਕਿਹੜੇ ਕੰਪਿਊਟਰ 'ਚੋਂ ਬਣਾਈ ਆ ਜੀ। ਗੱਲ ਇਹ ਸੀ ਗੜੀ ਸਾਹਿਬ ਕਿ ਦੇਖੋ, ਪੰਜਾਬ ਬਸਪਾ ਦੇ ਤੁਸੀਂ ਪ੍ਰਧਾਨ ਹੋ ਤੇ ਮੰਨਿਆ ਜਾਂਦਾ ਕਿ ਐਨਰਜੈਟਿਕ ਪ੍ਰਧਾਨ ਹੋ ਪਿਛਲੇ ਪ੍ਰਧਾਨਾਂ ਦੇ ਮੁਕਾਬਲੇ, ਤੇ ਹੁਣ ਇਹ ਤੁਹਾਡੀ ਅਗਵਾਈ ਦੇ ਵਿੱਚ ਅੰਦਰਲੀ ਹੇਰਾ ਫੇਰੀ ਮੰਨ ਲਈਏ ਆਈਟੀ ਵੀ ਬਹੁਤ ਵੱਧ ਗਈ ਹੋਵੇ ਤੇ ਪਰ ਫਿਰ ਵੀ ਕਿਤੇ ਨਾ ਕਿਤੇ ਤੁਸੀਂ ਨਵੀਂ ਪੀੜ੍ਹੀ ਨੂੰ ਰਿਪਰੈਜ਼ੈਂਟ ਕਰਦੇ ਹੋ ਤੇ ਆਈਟੀ ਦੇ ਯੁੱਗ ਨੂੰ ਤੁਸੀਂ ਵੀ ਸਮਝਦੇ ਹੋ। ਇਹ ਗੱਲ ਹੋ ਕਿਵੇਂ ਗਈ? ਨਹੀਂ, ਦੇਖੋ ਮੇਰੀ ਬੇਨਤੀ ਹੈ, ਅਸੀਂ ਤਾਂ ਐਫੀਡੈਵਿਟ ਲਿਖ ਕੇ ਲਾਤਾ ਹਲਫੀਆ ਬਿਆਨ ਕਿ ਸਾਡੀ ਟਿਕਟ ਜਿਹੜੀ ਉਹ ਡਾਕਟਰ ਨਛੱਤਰਪਾਲ ਜੀ ਨੂੰ ਦਿੱਤੀ ਗਈ। ਇਹ ਦੂਸਰਾ ਬੰਦਾ ਕੰਪਿਊਟਰ ਨਾਲ ਬਣਾ ਕੇ ਲਿਆਇਆ ਕਿ ਕੋਈ ਚੋਰ ਮੋਰੀਆਂ ਕੱਢੀ ਆ, ਉਹਨੂੰ ਸਪਸ਼ਟ ਕਰਨਾ ਚਾਹੀਦਾ ਜੀ ਕਿ ਨਹੀਂ ਤਾਂ ਉਹ ਨੌਸਰਬਾਜੀ ਗਿਣੀ ਜਾਊਗੀ, ਨਹੀਂ ਤਾਂ 420 ਗਿਣੀ ਜਾ ਰਹੀ ਆ। ਔਰ ਅਸੀਂ ਤਾਂ ਇਹ ਬੋਲ ਵੀ ਦਿੱਤਾ ਆ ਕਿ ਸਾਡੀ ਪਾਰਟੀ ਨਾਲ ਨੌਸਰਬਾਜੀ ਹੋ ਰਹੀ ਆ, 420 ਹੋ ਰਹੀ ਆ। ਤੇ ਫਿਰ ਤੁਸੀਂ ਕੋਈ ਇੱਥੇ ਕਾਨੂੰਨੀ ਕਾਰਵਾਈ ਦੀ ਕੋਈ ਐਪਲੀਕੇਸ਼ਨ ਅਰਜੀ ਵਗੈਰਾ ਦਿੱਤੀ? ਦੇਖੋ, ਕਾਨੂੰਨੀ ਕਾਰਵਾਈ ਤਾਂ ਜਿਹੜਾ ਮਾਨਯੋਗ ਉੱਥੋਂ ਦੇ ਆਰਓ ਸਾਹਿਬ ਹੈ, ਡਾਕੂਮੈਂਟੇਸ਼ਨ ਦੇ ਨਾਲ ਛੇੜਖਾਨ ਦਾ ਮੁਕੱਦਮਾ ਦਰਜ ਹੋ ਕੇ ਜਿਨ੍ਹਾਂ ਨੇ ਉਹ ਇਹ ਮਾਮਲਾ ਇਦਾਂ ਦਾ ਬਣਾਇਆ ਸੀ, ਦੂਸਰੀ ਟਿਕਟ ਲਗਾਈ ਸੀ, ਉਹ ਜੇਲ੍ਹ ਦੇ ਵਿੱਚ ਹੈ। ਅੱਛਾ ਜੀ, ਚਲੋ ਇਹ ਤਾਂ ਤੁਸੀਂ ਕਲੀਅਰ ਕਰ ਦਿੱਤਾ। ਹੁਣ ਗੱਲ ਦੂਸਰੀ ਇਹ ਹੈ ਕਿ ਜੇ ਆਪਾਂ ਗੱਲ ਕਰੀਏ ਪਿਛਲੀ ਚੋਣ ਦੀ ਬਾਈ ਇਲੈਕਸ਼ਨ ਦੀ, ਉਹਦੇ ਵਿੱਚ ਬਸਪਾ ਤੀਸਰੇ ਨੰਬਰ 'ਤੇ ਹੈਗੀ ਹੈ, 15,000 ਵੋਟ ਇਹ ਹੈ। ਪਹਿਲੇ ਨੰਬਰ 'ਤੇ ਕਾਂਗਰਸ ਰਹੀ ਤੇ ਸੈਕੰਡ 'ਤੇ ਬੀਜੇਪੀ। ਹੁਣ ਇਹੋ ਜਿਹਾ ਕਿਹੜਾ ਉਮੀਦ ਦਾ
ਜਾਣੀ ਕਿ ਜਿਹਨੂੰ ਆਪਾਂ ਸਿਤਾਰਾ ਕਹਿ ਸਕਦੇ ਹਾਂ ਜਾਂ ਜਿਹਨੂੰ ਉਮੀਦ ਦਾ ਬੁਲੰਦੀ ਕਹਿ ਸਕਦੇ ਹਾਂ, ਉਹਨੂੰ ਦੇਖ ਕੇ ਇਸ ਹਲਕੇ ਦੇ ਜਾਣੀ ਕਿ ਮੈਨੂੰ 40% ਦੀ ਵੋਟਰ ਨੇ ਆਪਣੇ ਭਾਈਚਾਰੇ ਨਾਲ ਸੰਬੰਧਿਤ, ਉਹ ਤੁਹਾਡੇ ਕਨੀ ਡਿਵਰਟ ਹੋਣ, ਤੁਹਾਡੇ ਤੇ ਵਿਸ਼ਵਾਸ ਕਰਨ, ਇਹੋ ਜਿਹੀ ਕਿਹੜੀ ਗੱਲ? ਦੇਖੋ, ਬਸਪਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਗੱਠਜੋੜ ਹੈ, ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਕਿ ਜਿਹੜਾ ਉੱਤਰ ਪ੍ਰਦੇਸ਼ ਦੇ ਵਿੱਚ ਅਸੀਂ ਸਰਕਾਰ ਚਲਾਈ 4-4 ਵਾਰ, ਬੇਜ਼ਮੀਨਿਆਂ ਨੂੰ ਅਸੀਂ ਜ਼ਮੀਨਾਂ ਤੱਕ ਦਿੱਤੀਆਂ। ਜਿਹੜੇ ਸਰਬ ਜਾਤੀ ਸਰਬ ਧਰਮ ਦੇ ਮਾਮਲੇ ਦੇ ਵਿੱਚ ਅਸੀਂ ਸਾਰਿਆਂ ਨੂੰ ਜਿਹੜੇ ਬਣਦੇ ਹੱਕ ਅਧਿਕਾਰ ਉਹ ਸੰਵਿਧਾਨ ਦੀ ਪਾਲਿਸੀ ਅਨੁਸਾਰ ਦਿੱਤੇ ਆ। ਕਿਸੇ ਨਾਲ ਵੀ ਧੱਕਾ ਨਹੀਂ ਹੋਣ ਦਿੱਤਾ, ਚਾਹੇ ਉਹ ਕਿਸੇ ਜਾਤੀ ਉੱਚ ਜਾਤੀ ਦਾ ਹੋਵੇ, ਚਾਹੇ ਕੋਈ ਗਰੀਬ ਜਾਤੀਆਂ 'ਚੋਂ ਹੋਣ, ਪਛੜੀਆਂ ਸ਼੍ਰੇਣੀਆਂ 'ਚੋਂ ਹੋਣ। ਇਸ ਕਰਕੇ ਫਗਵਾੜੇ ਦੇ ਵਿੱਚ ਜਿਹੜਾ 2-3 ਚਿਹਰੇ ਜਿਹੜੇ ਆਲਰੇਡੀ ਵੀ 25-35 ਸਾਲ ਤੋਂ ਕਾਬਜ਼ ਹੈ, ਉਹਨਾਂ ਦਾ ਅਸੀਂ ਜਿਹੜਾ ਹਾਲ ਹੈ ਫਗਵਾੜੇ ਦੇ ਲੋਕ ਦੇਖ ਚੁੱਕੇ ਆ। ਇੱਥੋਂ ਤੱਕ ਕਿ 2012 ਦੇ ਵਿੱਚ ਇੱਥੋਂ ਦਾ ਚੁਣਿਆ ਗਿਆ ਐਮਐਲਏ ਸੋਮ ਪ੍ਰਕਾਸ਼ ਕਾਂਗਰਸ ਦੇ ਹਾਰੇ ਹੋਏ ਐਮਐਲਏ ਔਰ ਸਾਬਕਾ ਕੈਬਨਿਟ ਮੰਤਰੀ ਮੌਜੂਦਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜੋਗਿੰਦਰ ਸਿੰਘ ਮਾਨ ਤੇ ਦੋਸ਼ ਲਾਉਂਦਾ ਕਿ ਇਹ ਦਰਬਾਰ ਸਾਹਿਬ ਦੀ ਝੂਠੀ ਸਹੁੰ ਖਾ ਲਵੇ ਕਿ ਮੇਰੇ ਕੋਲੋਂ ਹੱਥੀਂ ਪੈਸੇ ਫੜ ਕੇ ਲੈ ਕੇ ਗਿਆ ਕਿ ਨਹੀਂ ਲੈ ਕੇ ਗਿਆ ਕਾਂਗਰਸ ਨੂੰ ਹਰਾਉਣ ਲਈ। ਔਰ ਪੂਰੇ ਫਗਵਾੜੇ 'ਚ ਇਸ ਗੱਲ ਦੀ ਚਰਚਾ ਆ ਕਿ ਆਮ ਆਦਮੀ ਪਾਰਟੀ ਦਾ ਮੌਜੂਦਾ ਉਮੀਦਵਾਰ ਔਰ ਕਾਂਗਰਸ ਦਾ ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ ਪਿੰਡਾਂ ਦੇ ਵਿੱਚੋਂ, ਸ਼ਹਿਰਾਂ ਦੇ ਵਿੱਚੋਂ, ਸਰਕਾਰੀ ਦਫ਼ਤਰਾਂ 'ਚੋਂ ਕਰਪਸ਼ਨ ਦੇ ਨਾਂ ਦੇ ਉੱਤੇ ਪੂਣੀਆਂ ਵੱਟ ਕੇ ਇਕੱਠੀਆਂ ਕਰਦਾ ਰਿਹਾ। ਇਹੀ ਹਾਲ ਮਾਨਯੋਗ ਕਾਂਗਰਸ ਦੇ ਮੌਜੂਦਾ ਐਮਐਲਏ ਧਾਰੀਵਾਲ ਸਾਹਿਬ ਦਾ ਸੀਗਾ ਕਿ ਅਸੀਂ ਔਰ ਅੱਜ ਗੜੀ ਇਹਨਾਂ ਸਾਰਿਆਂ ਦੇ ਵਿੱਚ ਬੇਦਾਗ ਹੈ ਔਰ ਅਸੀਂ ਬੇਦਾਗੀ ਰਹਿਣਾ ਚਾਹੁੰਦੇ ਹਾਂ। ਮੈਂ ਤਾਂ ਇਹ ਵੀ ਐਲਾਨ ਕਰ ਦਿੱਤਾ ਕਿ ਫਗਵਾੜੇ ਦੇ ਕਿਸੇ ਦਫ਼ਤਰ ਦਾ ਜਿਹੜਾ ਹਫ਼ਤੇ ਮਹੀਨੇ ਇਹ ਕਾਂਗਰਸ ਨੇ ਜਾਂ ਦੂਜੀਆਂ ਪਾਰਟੀਆਂ ਨੇ ਬੰਨੇ ਆ, ਇਹ ਜ਼ੀਰੋ ਕਰ ਦਿੱਤੇ ਜਾਣਗੇ ਔਰ ਫਗਵਾੜੇ ਦੇ ਸਾਰੇ ਲੋਕਾਂ ਦੇ ਕੰਮ ਸਰਕਾਰੀ ਦਫ਼ਤਰਾਂ 'ਚ 0% ਕਰਪਸ਼ਨ ਦੇ ਉੱਤੇ ਹੋਣਗੇ। 0% ਕਰਪਸ਼ਨ ਔਰ ਸਰਕਾਰੀ ਫੀਸਾਂ 'ਤੇ ਕੰਮ ਹੋਣਗੇ। ਜਿਹੜਾ ਕੋਈ ਸਰਕਾਰੀ ਕਰਮਚਾਰੀ ਅਧਿਕਾਰੀ ਕਰਪਸ਼ਨ ਦੀ ਦੁੱਕੀ ਵੀ ਲੈਂਦਾ ਸਾਡੀ ਨਜ਼ਰ ਵਿੱਚ ਆ ਗਿਆ, ਅਸੀਂ ਉਹਨਾਂ ਨੂੰ ਬਾਰਡਰ ਟਪਾ ਦੇਵਾਂਗੇ ਫਗਵਾੜੇ ਦੇ ਬਾਹਰ। ਜੀ, ਯਾਨੀ ਕਿ ਭ੍ਰਿਸ਼ਟਾਚਾਰ ਨੂੰ, ਜਿਵੇਂ ਆਪਾਂ ਆਮ ਆਦਮੀ ਪਾਰਟੀ ਹਮੇਸ਼ਾ ਕਹਿੰਦੀ ਭ੍ਰਿਸ਼ਟਾਚਾਰ ਖਤਮ ਕਰਨਾ, ਤੁਹਾਡਾ ਵੀ ਉਹ ਗੱਲ ਨਾਲ ਉਹਦੇ ਨਾਲ ਮਿਲਦੀ ਨਜ਼ਰ ਆ ਰਹੀ ਹੈ। ਪਰ ਇੱਕ ਗੱਲ ਹੋਰ ਹੈ ਕਿ ਗੱਲ ਚੱਲੀ ਸੀ ਦਲਿਤ ਚਿਹਰੇ ਦੀ, ਐਸੀ ਚਿਹਰੇ ਦੀ, ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ, ਤੇ ਕੀ ਆਪਣਾ ਗੱਠਜੋੜ ਦੇ ਵਿੱਚ ਜੇ ਆਪਣੀ ਪਾਰਟੀ ਸੱਤਾ 'ਚ ਆਉਂਦੀ ਹੈ ਤੇ ਆਪਣੇ ਦਲਿਤ ਭਾਈਚਾਰੇ ਨੂੰ, ਐਸੀ ਭਾਈਚਾਰੇ ਨੂੰ ਡਿਪਟੀ ਸੀਐਮ ਦਾ ਉਹਦਾ ਮਿਲੇਗਾ? ਕਿਉਂਕਿ ਸੀਐਮ ਦੇ ਚਿਹਰੇ ਤਾਂ ਸੁਖਬੀਰ ਬਾਦਲ ਸਾਹਿਬ ਖੁਦ ਐਲਾਨ ਚੁੱਕੇ ਨੇ। ਦੇਖੋ, ਸਾਡੀ ਪਾਰਟੀ ਦੇ ਰਾਸ਼ਟਰੀ ਨੇਤਾ ਭੈਣ ਕੁਮਾਰੀ ਮਾਇਆਵਤੀ ਜੀ ਹਨ ਔਰ ਜੋ ਵੀ ਪਾਰਟੀ ਦਾ ਸਾਡੀ ਦਾ ਫੈਸਲਾ ਹੁੰਦਾ ਉਹ ਭੈਣ ਕੁਮਾਰੀ ਮਾਇਆਵਤੀ ਜੀ ਹੀ ਕਰਦੇ ਹਨ ਔਰ ਜੋ ਵੀ ਫੈਸਲਾ ਉਹ ਦੇਣਗੇ, ਮੈਂ ਪਾਰਟੀ ਦਾ ਵਰਕਰ ਹੋਣ ਦੇ ਨਾਤੇ ਔਰ ਜ਼ਿੰਮੇਵਾਰੀ ਵਾਲੀ ਪੋਸਟ ਤੇ ਬੈਠਾ ਹੋਣ ਕਰਕੇ ਉਹਨਾਂ ਦੇ ਹਰ ਹੁਕਮ ਨੂੰ ਅੱਖਰ ਅੱਖਰ ਲਾਗੂ ਕਰਾਂਗਾ। ਯਾਨੀ ਕਿ ਹਜੇ ਕੋਈ ਫੈਸਲਾ ਨਹੀਂ ਉੱਪਰ ਹਾਈ ਕਮਾਂਡ ਨੇ ਕਿਆ ਫੈਸਲਾ ਕੀਤਾ, ਹਾਈ ਕਮਾਂਡ ਜਾਣੇ ਜੀ। ਮੇਰਾ ਕੰਮ ਤਾਂ ਹਾਈ ਕਮਾਂਡ ਦੇ ਹੁਕਮਾਂ ਨੂੰ ਲਾਗੂ ਕਰਾਉਣਾ ਹੈ ਜੀ। ਠੀਕ ਹੈ। ਨਹੀਂ, ਜਦੋਂ ਕਿ ਆਪਣਾ ਅਕਾਲੀ ਦਲ ਕਹਿ ਰਿਹਾ ਸੀ ਅਸੀਂ ਡਿਪਟੀ ਸੀਐਮ ਲੈ ਸਕਦੇ ਹਾਂ, ਜਦੋਂ ਸੀਐਮ ਚਿਹਰੇ ਦੀਆਂ ਗੱਲਾਂ ਚੱਲੀਆਂ ਸੀ ਉਦੋਂ ਡਿਪਟੀ ਸੀਐਮ ਤੇ ਕੇ ਬੋਲਿਆ ਸੀ, ਕਿਉਂਕਿ ਸੁਖਬੀਰ ਬਾਦਲ ਉਹ ਅੰਡਰਸਟੈਂਡ ਸੀ ਵੀ ਸੀਐਮ ਤਾਂ ਉਹ ਹੋਣਗੇ, ਤੇ ਉਦੋਂ ਕੋਈ ਇਸ ਗੱਠਜੋੜ ਵੇਲੇ ਕੋਈ ਐਸੀ ਸਮਝੌਤੇ 'ਚ ਗੱਲ ਨਹੀਂ ਆਈ? ਭੈਣ ਕੁਮਾਰੀ ਮਾਇਆਵਤੀ ਜੀ ਸਾਡੇ ਰਾਸ਼ਟਰੀ ਪ੍ਰਧਾਨ ਨੇ ਆ ਰੈਲੀ ਅਸੀਂ ਨਵਾਂ ਸ਼ਹਿਰ ਕੀਤੀ ਆ, ਉਹਨਾਂ ਨੇ ਸਪਸ਼ਟ ਜਿਹੜਾ ਸੰਦੇਸ਼ ਇਹ ਦਿੱਤਾ ਆ ਕਿ ਸਾਡੇ ਗੱਠਜੋੜ ਦੇ ਮੁੱਖ ਮੰਤਰੀ ਮਾਨਯੋਗ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਹੋਣਗੇ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਅਸੀਂ ਇੱਕ ਡਿਪਟੀ ਉਪ ਮੁੱਖ ਮੰਤਰੀ ਬਹੁਜਨ ਸਮਾਜ ਪਾਰਟੀ ਦਾ ਬਣਾ ਰਹੇ ਹਾਂ ਔਰ ਇਹਨਾਂ ਇਹ ਉੱਪਰ ਕਿਆ ਮਿਊਚੁਅਲ ਅੰਡਰਸਟੈਂਡ ਹੋਈ ਆ, ਕਿਆ ਹੋ ਚੁੱਕੀ ਆ, ਇਹ ਉੱਪਰ ਵਾਲੇ ਲੀਡਰ ਜਿਹੜੇ ਆ ਮੇਰੇ ਤੋਂ ਅੱਛੇ ਤਰੀਕੇ ਨਾਲ ਦੱਸ ਸਕਦੇ ਆ। ਮੈਂ ਤਾਂ ਬੜਾ ਛੋਟਾ ਜਿਹਾ ਸਿਪਾਹੀ ਆ। ਮੇਰਾ ਕੰਮ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਹੁਕਮ ਨੂੰ ਅੱਖਰ ਅੱਖਰ ਲਾਗੂ ਕਰਨਾ ਹੈ ਜੀ। ਜੀ, ਅੱਛਾ, ਸਮਝੌਤੇ ਤੋਂ ਬਾਅਦ ਕੁਝ ਸੀਟਾਂ ਜਿਹੜੀ ਆਪਣਾ ਵੰਡੀਆਂ ਗਈਆਂ ਸਿਆਸਤ ਵਿੱਚ, ਉਹ 'ਚ ਅਦਲਾ ਬਦਲੀ ਹੋਈ। ਕਈ ਸੀਟਾਂ 'ਤੇ ਇਹ ਵੀ ਹੋਇਆ ਕਿ ਉਹ ਤਾਂ ਤੁਸੀਂ ਵਾਕਫ ਹੋ, ਮੈਂ ਨਾਮ ਤਾਂ ਨਹੀਂ ਲੈਣਾ ਚਾਹੂੰਗਾ, ਕਿ ਉੱਥੇ ਸੀਟ ਆਪਣੀ ਸੀ, ਉਮੀਦਵਾਰ ਅਕਾਲੀ ਦਲ ਦਾ ਆ ਗਿਆ, ਜਾਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਿਉਂ? ਆਪਣੇ ਕੋਲ ਉਮੀਦਵਾਰ ਨਹੀਂ ਸੀ ਸਹੀ ਸਨ, ਜਾਂ ਕਿਤੇ ਅੰਦਰ ਕੋਈ ਮਿਸਅੰਡਰਸਟੈਂਡਿੰਗ ਹੋ ਗਈ ਸੀਟਾਂ 'ਤੇ? ਨਹੀਂ, ਪਾਰਟੀ ਦੇ ਵਿੱਚ ਇਹੋ ਜਿਹੇ ਹਾਲਾਤ ਬਣੇ ਕਿ ਜਿੱਦਾਂ ਅੰਮ੍ਰਿਤਸਰ ਨਾਰਥ ਸੀ ਸਾਡੇ ਕੋਲ ਸੀ, ਸਾਡਾ ਉੱਥੇ ਕਮਜ਼ੋਰ ਪੱਖ ਚੱਲ ਰਿਹਾ ਸੀ ਜੀ, ਔਰ ਸ਼ਾਮ 84 ਸੀ, ਉੱਥੇ ਸ਼੍ਰੋਮਣੀ ਅਕਾਲੀ ਦਲ ਦਾ ਕਮਜ਼ੋਰ ਪੱਖ ਚੱਲ ਰਿਹਾ ਸੀ। ਅਸੀਂ ਉਹ ਸੀਟਾਂ ਆਪਸ ਦੇ ਵਿੱਚ ਸਵੈਪ ਕਰ ਲਈਆਂ ਔਰ ਅੰਮ੍ਰਿਤਸਰ ਨਾਰਥ ਤੋਂ ਹੁਣ ਸ਼੍ਰੋਮਣੀ ਅਕਾਲੀ ਦਲ ਤੋਂ ਸ਼੍ਰੀ ਜੋਸ਼ੀ ਜੀ ਲੜ ਰਹੇ ਆ, ਸ਼੍ਰੀ ਨੀਲ ਜੋਸ਼ੀ ਜੀ। ਸਾਡੇ ਕੋਲੋਂ ਸਾਡੇ ਜ਼ਿਲ੍ਹੇ ਦਾ ਪ੍ਰਧਾਨ ਇੰਜੀਨੀਅਰ ਮਹਿੰਦਰ ਸੰਦਰ ਜੀ ਲੜ ਰਹੇ ਆ। ਅੱਜ ਅਸੀਂ ਦੋਨੋਂ ਸੀਟਾਂ ਜਿੱਤਣ ਦੇ ਕੰਢੇ ਪਹੁੰਚੇ ਹਾਂ। ਸਵੈਪਿੰਗ ਦਾ ਮਤਲਬ
ਗੱਠਜੋੜ ਨੂੰ ਸੀਟਾਂ ਦੀ ਗਿਣਤੀ ਜੇਤੂ ਸੀਟਾਂ ਦੀ ਗਿਣਤੀ ਵੱਧ ਐਡ ਕਰਨਾ ਆ। ਇਸ ਕਰਕੇ ਇਹਦਾ ਲਕਸ਼ ਜਿਹੜਾ ਕਿਤੇ ਸਵੈਪਿੰਗ ਹੋਈ ਆ, ਇੰਟਰਚੇਂਜ ਹੋਈ ਆ, ਤਾਂ ਉਹਦਾ ਲਕਸ਼ ਸਿਰਫ ਗੱਠਜੋੜ ਨੂੰ ਵੱਧ ਸੀਟਾਂ ਜਿਤਾਉਣ ਦਾ ਆ। ਨਹੀਂ, ਠੀਕ ਆ ਤੁਹਾਡੀ ਗੱਲ, ਇਹ ਤੁਹਾਡਾ ਜਸਟੀਫਿਕੇਸ਼ਨ ਤੁਸੀਂ ਬੜੇ ਅੱਛੇ ਤਰੀਕੇ ਨਾਲ ਦਿੱਤੀ ਹੈ। ਪਰ ਇਹ ਉਦੋਂ ਜਦੋਂ ਇਹ ਸੀਟਾਂ ਦੀ ਅਦਲਾ ਬਦਲੀ ਹੋ ਰਹੀ ਸੀ, ਕਈ ਗੱਲਾਂ ਚਰਚਾ 'ਚ ਆਈਆਂ ਸੀ ਕਿ ਗੱਠਜੋੜ ਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਸੀ। ਕੀ ਉਹ ਚਰਚਾਵਾਂ ਹੀ ਸਨ? ਹਾਂ, ਕਾਂਗਰਸ ਨੇ ਇਦਾਂ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ। ਕਾਂਗਰਸ ਨੇ ਆਪਣੇ ਨਕਲੀ ਬਸਪਾਈ ਚਿਹਰਿਆਂ ਦੇ ਮਾਧਿਅਮ ਤੋਂ ਦਲਾਲਗਿਰੀ ਕਰਾ ਕੇ ਉਹਨਾਂ ਕੋਲੋਂ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਨੂੰ ਔਰ ਭੈਣ ਕੁਮਾਰੀ ਮਾਇਆਵਤੀ ਜੀ ਦੇ ਲਏ ਗਏ ਫੈਸਲੇ ਨੂੰ ਬਦਨਾਮ ਕਰਨ ਲਈ, ਬਦਲਾਉਣ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਤਾਂ ਜੋ ਕਾਂਗਰਸ ਸੱਤਾ ਵਿੱਚ ਰਿਪੀਟ ਕਰ ਸਕੇ। ਲੇਕਿਨ ਬਸਪਾ ਤੇ ਰਾਸ਼ਟਰੀ ਪ੍ਰਧਾਨ ਔਰ ਪੰਜਾਬ ਦੇ ਵਰਕਰਾਂ ਸਮਰਥਕਾਂ ਦੀ ਜਿਹੜੀ ਅਡੋਲ ਜਿਹੜੀ ਨੀਤੀ ਰਹੀ ਆ, ਅੱਜ ਤੁਸੀਂ ਦੇਖੋ ਕਿਤੇ ਲੱਭਦੇ ਨਹੀਂ ਹੈਗੇ। ਜਿਹੜੇ ਰੌਲਾ ਪਾਉਂਦੇ ਸੀ ਹਾਥੀ ਦਾ, ਔਰ ਉਹ ਜਿਹੜੇ ਸਮਝੌਤੇ ਦੇ ਖਿਲਾਫ ਰੌਲਾ ਪਾਉਂਦੇ ਸੀ, ਉਹ ਸਮਝੌਤੇ ਤੋਂ 2-3 ਮਹੀਨੇ ਬਾਅਦ ਸਾਰੇ ਕਾਂਗਰਸ ਵਿੱਚ ਚਲੇ ਗਏ, ਸਾਰੇ ਹੀ ਕਾਂਗਰਸ ਵਿੱਚ ਚਲੇ ਗਏ। ਤਾਂ ਮੈਂ ਪਹਿਲੇ ਦਿਨ ਵੀ ਕਿਹਾ ਸੀ ਇਹ ਕਾਂਗਰਸ ਦੇ ਹੱਥਾਂ ਵਿੱਚ ਖੇਡ ਰਹੇ ਆ। ਮੈਂ ਅੱਜ ਵੀ ਕਹਿ ਰਿਹਾ ਕਾਂਗਰਸ ਦੇ ਹੱਥਾਂ ਵਿੱਚ ਖੇਡਣ ਕਰਕੇ ਹੀ ਐਡਾ ਬੜਾ ਉਹਨਾਂ ਨੇ ਬਵੇਲਾ ਖੜਾ ਕੀਤਾ ਸੀ, ਜਦੋਂ ਕਿ ਗਰਾਊਂਡ ਦੇ ਉੱਤੇ ਵਰਕਰ ਦੋਨਾਂ ਪਾਰਟੀਆਂ ਦੇ ਲੱਡੂ ਬਣ ਰਹੇ ਸੀ, ਭੰਗੜੇ ਪਾ ਰਹੇ ਸੀ। ਔਰ ਅੱਜ ਕਿੱਡਾ ਵੱਡਾ ਬੂਮ ਖੜਾ ਹੋਇਆ ਪੰਜਾਬ ਦੇ ਵਿੱਚ ਕਿ ਅੱਜ ਕਾਂਗਰਸ, ਭਾਜਪਾ, ਆਮ ਆਦਮੀ ਪਾਰਟੀ ਤਿੰਨੋਂ ਹੀ ਸੱਤਾ ਦੀ ਲੜਾਈ 'ਚ ਪਛੜੇ ਹੋਏ ਨੇ, ਔਰ ਬਸਪਾ ਅਕਾਲੀ ਦਲ ਦਾ ਜਿਹੜਾ ਗੱਠਜੋੜ ਹੈ ਉਹ ਸੱਤਾ ਬਣਾਉਣ ਵੱਲ ਵੱਧ ਰਿਹਾ ਆ। ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ ਪੰਜਾਬ ਸਾਰੀਆਂ ਵਿਧਾਨ ਸਭਾ ਤੋਂ ਇੱਕ ਦਿਲਚਸਪ ਸੀਟ ਬਣੀ ਹੋਈ ਜਿਹਨੂੰ ਹੌਟ ਸੀਟ ਕਹਿੰਦੇ ਨੇ, ਅੰਮ੍ਰਿਤਸਰ ਪੂਰਬੀ। ਉੱਥੇ ਹੁਣ ਕਾਂਗਰਸ ਪਾਰਟੀ ਦਾ ਯਾਨੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੋ ਵਿਸ਼ਵ ਪੱਧਰ ਤੇ ਚਰਚਿਤ ਚਿਹਰਾ ਨੇ, ਤੇ ਪਾਰਟੀ ਵਿੱਚ ਉਹਨਾਂ ਦਾ ਕੀ ਰੋਲ ਆ ਉਹ ਤਾਂ ਸਿਆਸੀ ਰਣਨੀਤੀਕਾਰੀ ਦੱਸਣਗੇ। ਉੱਥੇ ਦਾ ਮਾਹੌਲ ਕਿਵੇਂ ਲੱਗਦਾ ਤੁਹਾਨੂੰ? ਇਹ ਰਣਨੀਤਿਕ ਸੀਟ ਜਾਣਬੁੱਝ ਕੇ ਬਣਾਈ ਗਈ ਹੈ ਜਾਂ ਵੈਸੇ ਹੀ ਕਿਸੇ ਬੰਦੇ ਨੂੰ ਸਬਕ ਸਿਖਾਉਣ ਲਈ ਕੀਤੀ ਗਈ ਗੱਲ ਹੈ? ਉਹਦੇ ਵਿੱਚ ਕਾਂਗਰਸ ਨੇ ਜਿਹੜੀ ਪੋਲੀਟੀਕਲ ਜਿਹੜੀ ਰਿਵੈਂਜ ਪੋਲਿਟਿਕਸ ਸ਼ੁਰੂ ਕੀਤੀ ਆ, ਰਿਵੈਂਜ ਪੋਲਿਟਿਕਸ ਦਾ ਇਹ ਨਤੀਜਾ ਆ। ਜਦੋਂ ਕਿ ਪੋਲਿਟਿਕਸ ਨੀਤੀਆਂ ਲਈ ਹੋਣੀ ਚਾਹੀਦੀ ਆ, ਲੇਕਿਨ ਕਾਂਗਰਸ ਨੇ ਮਜੀਠੀਆ ਜੀ ਨੂੰ ਲੈ ਕੇ ਜਿਸ ਤਰੀਕੇ ਨਾਲ ਅਕਾਲੀ ਦਲ ਨੂੰ ਲੈ ਕੇ ਹਰ ਜਗ੍ਹਾ ਉਹ ਨਿੱਜੀ ਲੜਾਈ ਬਣਾਈ, ਕਦੇ ਮਤਲਬ ਸ਼ਬਦ ਵੀ ਇੰਨੇ ਅਸਨਮਾਨਜਨਕ ਵਰਤੇ ਗਏ, ਇੰਨੇ ਅਭੱਦਰ ਵਰਤੇ ਗਏ ਕਾਂਗਰਸ ਦੇ ਪ੍ਰਧਾਨ ਮਾਨਯੋਗ ਸ਼੍ਰੀ ਸਿੱਧੂ ਸਾਹਿਬ ਜੀ ਵੱਲੋਂ ਕਿ ਉਹ ਗ੍ਰਾਫ ਜਿਹੜਾ ਉਹਨੂੰ ਸਿੱਧੂ ਪੰਜਾਬ ਕਰਦਾ ਸੀਗਾ, ਅੱਜ ਉਹ ਸਾਰੇ ਦਾ ਹੀ ਮਤਲਬ ਉਹ ਲੜਾਈ ਜਿਹੜੀ ਆ ਅਕਾਲੀ ਦਲ ਵੀ ਕਿੰਨਾ ਚਿਰ ਸੁਣਦਾ ਰਹਿੰਦਾ ਇੱਦਾਂ ਦੀ ਭੱਦਰ ਭਾਸ਼ਾ। ਅਸੀਂ ਹੁੰਦੇ ਉਹਨਾਂ ਦੀ ਜਗ੍ਹਾ ਅਸੀਂ ਵੀ ਸਬਕ ਸਿਖਾਉਣ ਜਾਂਦੇ। ਤੇ ਇੱਕ ਸ਼ੁਕਰ ਵਾ ਕਰਦਾ ਮੈਂ ਅਕਾਲ ਪੁਰਖ ਦਾ ਕਿ ਜਿਹੜੀ ਇਹ ਭੱਦਰ ਭਾਸ਼ਾ ਆ ਸਿਰਫ ਕਾਂਗਰਸ ਸਾਈਡ ਤੋਂ ਹੀ ਵਰਤੀ ਗਈ। ਸ਼੍ਰੋਮਣੀ ਅਕਾਲੀ ਦਲ ਨੇ ਇੱਦਾਂ ਦੀ ਭੱਦਰ ਭਾਸ਼ਾ ਦੀ ਵਰਤੋਂ ਨਹੀਂ ਕੀਤੀ, ਜਿਹਦੇ ਕਰਕੇ ਪੋਲੀਟੀਕਲ ਜਿਹੜਾ ਮਾਹੌਲ ਹੈ ਉਹ ਕੜੱਤਣਪਣ ਹੈ ਉਹ ਇੱਕ ਸੀਟ ਤੱਕ ਹੀ ਸਿਮਟੀ ਹੈ। ਔਰ ਅੱਜ ਨਜ਼ਾਰਾ ਆਏਗਾ ਜਦੋਂ ਉਹਨਾਂ ਨੇ ਕਾਗਜ਼ ਭਰੇ ਅਕਾਲੀ ਦਲ, ਬਸਪਾ, ਸ਼੍ਰੋਮਣੀ ਅਕਾਲੀ ਦਲ ਗੱਠਜੋੜ ਵੱਲੋਂ ਸਰਦਾਰ ਮਜੀਠੀਆ ਜੀ ਨੇ, ਤਾਂ ਨਵਜੋਤ ਸਿੱਧੂ ਜੀ ਦੀ ਧਰਮ ਪਤਨੀ ਡਾਕਟਰ ਨਵਜੋਤ ਜੀ ਚੀਕਾਂ ਮਾਰਨ ਲੱਗ ਪਏ। ਉਹ ਤਾਂ ਇੱਥੋਂ ਤੱਕ ਕਹਿਣ ਲੱਗ ਪਏ ਜੇ ਅਸੀਂ ਹਾਰ ਗਏ ਤਾਂ ਅਸੀਂ ਆਪਣਾ ਟੀਕੇ ਲਾਣੇ ਵਾਲਾ ਕਾਰੋਬਾਰ ਮੁੜ ਕੇ ਸ਼ੁਰੂ ਕਰ ਲਾਂਗੇ। ਔਰ ਕਹਿੰਦੀ ਜੇ ਸਿੱਧੂ ਸਾਹਿਬ ਹਾਰ ਗਏ ਤੇ ਇਹ ਬੰਬੇ ਭੇਜ ਦਿਆਂਗੇ ਮੁੜ ਕੇ, ਇਹ ਉੱਥੇ ਸੀਟ ਤੇ ਜਾ ਕੇ ਹਾਸਾ ਠੱਠਾ ਕਰਨ ਲੱਗ ਪੈਣਗੇ। ਤਾਂ ਇਸ ਕਰਕੇ ਇਹ ਜਿਹੜੀ ਪੋਲੀਟੀਕਲ ਜਿਹੜੀ ਸੀਟ ਪੂਰਬੀ ਸੀਟ ਹੈ, ਔਰ ਇੱਦਾਂ ਦੀਆਂ ਪੰਜਾਬ 'ਚ ਬਹੁਤ ਸਾਰੀਆਂ ਸੀਟਾਂ ਨੇ ਜਿਹੜੀਆਂ ਹੌਟ ਬਣੀਆਂ ਹੋਈਆਂ ਨੇ। ਸਾਨੂੰ ਤਾਂ ਉਹ ਸਾਰੀਆਂ ਹੀ ਉਜਾਗਰ ਕਰਕੇ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਜਿਹੜੀ ਪੋਲੀਟੀਕਲ ਦਿਲਚਸਪੀ ਆ ਹੋਰ ਮਜ਼ਬੂਤ ਕਰਨੀ ਚਾਹੀਦੀ ਹੈ। ਨਹੀਂ, ਹੁਣ ਇੱਕ ਜੇ ਆਪਾਂ ਗੱਲ ਕਰੀਏ ਮਜੀਠੀਆ ਸਾਹਿਬ ਨਾਲ ਨਸ਼ੇ ਨਾਲ ਜੁੜਿਆ ਹੋਇਆ ਇੱਕ ਮਾਮਲਾ ਬੜਾ ਚਰਚਿਤ ਹੈ, ਤੇ ਜੇ ਸਿੱਧੂ ਸਾਹਿਬ ਨਾਲ ਬਰਾਬਰ ਗੱਲ ਕਰੀਏ ਉਹਨਾਂ ਨੇ ਇੱਕ ਉਹ ਮਰਡਰ ਕੇਸ ਦਾ ਮਾਮਲਾ ਦੁਬਾਰੇ ਰੀਓਪਨ ਹੋ ਗਿਆ। ਕੀ ਤੁਹਾਨੂੰ ਲੱਗਦਾ ਹੈ ਵੀ ਇਹ ਦੋਨੇ ਹੀ ਮਾਮਲੇ ਕਿਤੇ ਚੋਣਾਂ ਨਾਲ ਜੁੜੇ ਹੋਏ ਤਾਂ ਨਹੀਂ? ਰਿਪੀਟ ਕਰਿਓ, ਸੌਰੀ। ਇੱਕ ਨਸ਼ੇ ਵਾਲੇ ਮਾਮਲੇ ਨਾਲ ਜਿਹੜੀ ਉਹਨਾਂ ਦੀ ਜ਼ਮਾਨਤ ਹੋਈ ਹੈ, ਰਾਹਤ ਮਿਲੀ ਹੈ, ਤੇ ਦੂਸਰਾ ਹੈਗਾ ਕਿ ਆਪਣਾ ਸਿੱਧੂ ਸਾਹਿਬ ਨਾਲ ਜਿਹੜਾ ਉਹ ਇੱਕ ਮਰਡਰ ਮਾਮਲਾ ਪੁਰਾਣਾ ਚੱਲਿਆ ਆ ਰਿਹਾ। ਦੇਖੋ, ਮੈਂ ਫਿਰ ਬੇਨਤੀ ਕਰਦਾ ਕਿ ਕਾਂਗਰਸ ਨੇ ਪੋਲੀਟੀਕਲ ਰਿਵੈਂਜ ਵਾਲੀ ਜਿਹੜੀ ਨੀਤੀ ਅਪਣਾਈ ਆ, ਔਰ ਨੀਤੀਆਂ ਤੋਂ ਧਿਆਨ ਭਟਕਾ ਕੇ ਪੰਜਾਬੀਆਂ ਦਾ ਨਿੱਜੀ ਲੜਾਈ ਵੱਲ ਧੱਕ ਦਿੱਤਾ ਆ, ਇਹ ਕਾਂਗਰਸ ਲਈ ਬਹੁਤ ਬੁਰੀ ਗੱਲ ਸੀ। ਕਾਂਗਰਸ ਦਾ ਇਹ ਖਾਨਾ ਖਾਲੀ ਹੋਣੇ ਵਾਲੀ ਗੱਲ ਸੀ ਅਕਲ ਵਾਲਾ। ਔਰ ਜਿਸ ਤਰੀਕੇ ਦੇ ਨਾਲ ਇਹ ਮਾਮਲੇ ਉੱਠੇ ਆ, ਮੈਂ ਫਿਰ ਬੇਨਤੀ ਕਰਦਾ ਕਿ ਸਾਨੂੰ ਜਿਹੜਾ ਅਸਲੀ ਧਿਆਨ ਪੰਜਾਬ ਦੇ ਮੁੱਦਿਆਂ ਤੇ ਹੀ ਰੱਖਣਾ ਚਾਹੀਦਾ ਸੀ। ਜੀ ਬਿਲਕੁਲ। ਅੱਛਾ, ਫਿਰ ਹੁਣ ਦੇਖੋ ਕਿਤੇ ਨਾ ਕਿਤੇ ਇਹ ਗੱਲ ਚਰਚਾ 'ਚ ਆ ਰਹੀ ਹੈ ਕਿ ਕਿਤੇ ਨਾ ਕਿਤੇ ਇੱਕ ਅਕਾਲੀ ਦਲ ਦੇ ਜਿਹੜੇ ਘਾਗ ਨੇਤਾ ਨੇ, ਸਰਕਾਰ ਬਾਦਲ ਸਾਹਿਬ ਜੋ ਇੱਕ ਸਭ ਤੋਂ ਵਡੇਰੀ ਉਮਰ ਦੇ ਮੇਰੇ ਹਿਸਾਬ ਨਾਲ ਚੋਣ ਮੈਦਾਨ 'ਚ ਨੇ ਇਸ ਟਾਈਮ,
ਕਿ ਉਹਨਾਂ ਦੀ ਬਣਾਈ ਹੋਈ ਰਣਨੀਤੀ ਹੈ ਕਿ ਇੱਕ ਸੀਟ ਨੂੰ ਚਰਚਾ 'ਚ ਬਣਾ ਕੇ ਬਾਕੀ ਪੰਜਾਬ ਦੇ ਮੁੱਦੇ ਭੁਲਾ ਦਿੰਦੇ ਨੇ। ਦੋਸ਼ ਤਾਂ ਅਕਾਲੀ ਦਲ ਤੇ ਲੱਗ ਰਹੇ ਸਰ। ਦੇਖੋ, ਮੈਂ ਫਿਰ ਬੇਨਤੀ ਕਰਦਾ ਆ ਕਿ ਜਦੋਂ ਚਿੱਟੇ ਵਾਲਾ ਮਾਮਲਾ ਚੱਲਿਆ, ਅਰਵਿੰਦ ਕੇਜਰੀਵਾਲ ਜੀ ਨੇ ਸ਼ੁਰੂ ਕੀਤਾ ਔਰ ਉੜਦਾ ਪੰਜਾਬ ਬਣਾ ਦਿੱਤਾ। ਆਮ ਆਦਮੀ ਪਾਰਟੀ ਨੇ ਕੁੜੀਆਂ ਮੁੰਡੇ ਬਿਠਾਲ ਕੇ ਸੋਸ਼ਲ ਮੀਡੀਆ ਦੇ ਉੱਤੇ ਵੱਡੇ ਪੱਧਰ ਤੇ ਬੂਸਟਾਂ ਬਾਸਟਾਂ ਲਾ ਕੇ ਇਸ ਮਾਮਲੇ ਨੂੰ ਇਦਾਂ ਦਾ ਬਣਾ ਦਿੱਤਾ ਕਿ ਪੰਜਾਬ ਸਾਰਾ ਹੀ ਨਸ਼ੇੜੀ ਆ ਔਰ ਪੰਜਾਬ ਸ਼ੰਭੂ ਬਾਰਡਰ ਤੋਂ ਬਾਹਰ ਸਾਰੀ ਦੁਨੀਆ ਨੂੰ ਪੰਜਾਬ ਨਸ਼ੇੜੀ ਲੱਗਣ ਲੱਗਾ ਔਰ ਉੜਦਾ ਪੰਜਾਬ ਤੱਕ ਫਿਲਮਾਂ ਬਣਾ ਦਿੱਤੀਆਂ। ਤੇ ਲੇਕਿਨ ਉਹੀ ਮਾਨਯੋਗ ਕੇਜਰੀਵਾਲ ਜੀ ਨੇ ਹਲਫੀਆ ਬਿਆਨ ਦੇ ਕੇ ਕੋਰਟਾਂ ਕਚਹਿਰੀਆਂ ਦੇ ਵਿੱਚ ਮਾਫੀ ਮੰਗ ਲਈ ਕਿ ਮੈਂ ਝੂਠੇ ਇਲਜ਼ਾਮ ਲਗਾਏ ਮਜੀਠੀਆ ਜੀ ਦੇ ਉੱਤੇ। ਔਰ ਫਿਰ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਨੇ ਉਹੀ ਪੱਤਾ ਖੇਲਿਆ ਔਰ 2-3 ਡੀਜੀਪੀ ਬਦਲ ਦਿੱਤੇ, ਇਸੇ ਮੁੱਦੇ ਤੇ ਡੀਜੀਪੀ ਬਦਲ ਦਿੱਤੇ ਔਰ ਜਿਹਨੂੰ ਡੀਜੀਪੀ ਲਾਉਂਦੇ ਸੀ ਉਹਨੂੰ ਪੁੱਛਦੇ ਸੀਗੇ ਵੀ ਤੂੰ ਮਜੀਠੀਆ ਤੇ ਕੇਸ ਦਰਜ ਕਰੇਗਾ। ਇਹ ਸਾਰੀ ਪੋਲੀਟੀਕਲ ਰਿਵੈਂਜ ਵਾਲੀ ਨੀਤੀ ਆ। ਅਸੀਂ ਇਸ ਗੱਲ ਦੀ ਨਿੰਦਾ ਕਰਦੇ ਹਾਂ। ਸਾਡਾ ਮੁੱਦਾ ਜਿਹੜਾ ਆ ਸਿਹਤ ਸਿੱਖਿਆ ਰੋਜ਼ਗਾਰ ਹੋਣਾ ਚਾਹੀਦਾ ਸੀ। ਸਾਡਾ ਮੁੱਦਾ ਤਾਂ ਪੰਜਾਬ ਦੀ ਹਵਾ ਪਾਣੀ ਧਰਤੀ ਹੋਣਾ ਚਾਹੀਦਾ ਸੀ ਜਿਹੜੀ ਪੋਲਿਊਸ਼ਨ ਦੇ ਨਾਲ ਪਲੀਤ ਹੋ ਚੁੱਕੀ ਆ। ਇਸ ਕਰਕੇ ਮੇਰੀ ਇਹ ਪੋਲੀਟੀਕਲ ਪਾਰਟੀਆਂ ਅੱਗੇ ਬੇਨਤੀ ਆ ਕਿ ਕਿਉਂ ਨਾ ਆਪਾਂ ਲੋਕਾਂ ਲਈ ਲੜੀਏ, ਕਿਉਂ ਨਾ ਆਪਾਂ ਲੋਕਾਂ ਲਈ ਬੋਲੀਏ, ਕਿਉਂ ਨਾ ਆਪਾਂ ਲੋਕਾਂ ਲਈ ਰਾਜਨੀਤੀ ਖੇਡੀਏ। ਲੋਕਾਂ ਦੀ ਸਿਹਤ, ਲੋਕਾਂ ਦੀ ਸਿੱਖਿਆ, ਲੋਕਾਂ ਦੇ ਰੋਜ਼ਗਾਰ, ਕਿਉਂ ਆਪਾਂ ਪੰਜਾਬ ਦੀ ਹਵਾ ਪਾਣੀ ਮਿੱਟੀ ਜਿਹੜੀ ਪਲੀਤ ਹੋ ਚੁੱਕੀ ਆ ਇਹਨੂੰ ਸਾਫ਼ ਸੁਥਰਾ ਕਰਨ ਲਈ ਆਪਾਂ ਲੜੀਏ, ਇਹਦੇ ਲਈ ਰਾਜਨੀਤੀ ਖੇਡੀਏ। ਤੁਹਾਡੀ ਗੱਲ ਬਹੁਤ ਵਧੀਆ ਵਿਸ਼ੇ ਵੱਲ ਮੁੜ ਰਹੀ ਹੈ। ਵਾਤਾਵਰਨ ਦੀ ਗੱਲ ਜੇ ਕਰੀਏ ਤਾਂ ਹੁਣ ਲੁਧਿਆਣੇ ਦੀ ਗੱਲ ਕਰੀਏ, ਉੱਥੇ ਹਰੇਕ ਪੋਲੀਟੀਕਲ ਪਾਰਟੀ ਦਾ ਮੇਨ ਆਗੂ ਆ ਕੇ ਉੱਥੇ ਬੋਲ ਰਿਹਾ ਤੇ ਬੁੱਢੇ ਨਾਲੇ ਦੀ ਗੱਲ ਹੀ ਨਹੀਂ ਹੋ ਰਹੀ। ਇਹ ਮੁੱਦੇ 'ਚ ਹੀ ਨਹੀਂ ਗੀ। ਦੇਖੋ, ਮੈਂ ਫਿਰ ਬੇਨਤੀ ਕਰਦਾ, ਜਦੋਂ ਹਵਾ ਵੀ ਸਾਫ਼ ਸੀ, ਪਾਣੀ ਵੀ ਸਾਫ਼ ਸੀ, ਆਕਾਸ਼ ਵੀ ਸਾਫ਼ ਸੀ, ਉਦੋਂ ਵੀ ਸਾਡੇ ਗੁਰੂਆਂ ਨੇ ਸੁਪਨਾ ਲਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਤਿੰਨੋਂ ਹੀ ਨਿਆਮਤਾਂ ਕੁਦਰਤ ਦੀਆਂ ਕਈ ਜਗ੍ਹਾ ਆਉਂਦੀਆਂ ਨੇ। ਅੱਜ ਸਾਨੂੰ ਸਰਕਾਰ ਨੂੰ ਹਵਾ ਪਾਣੀ ਧਰਤੀ ਕੌਣ ਸਾਫ਼ ਕਰਦਾ? ਵਿਦੇਸ਼ਾਂ 'ਚ ਕੌਣ ਕਰਦਾ? ਹਵਾ ਗੰਦੀ ਹੋ ਜਾਏ ਪਰਚੇ ਦਰਜ ਹੋ ਜਾਂਦੇ ਆ, ਮਿੱਟੀ ਨੰਗੀ ਹੋ ਜਾਏ, ਮਿੱਟੀ ਦੇ ਉੱਤੇ ਵੱਡਾ ਵੱਡਾ ਘਾਹ ਉੱਗ ਜਾਏ, ਸਰਕਾਰ ਉੱਥੋਂ ਦੀ ਜਿਹੜੇ ਲੋਕ ਨੇ ਜਿਹਦੇ ਏਰੀਏ 'ਚੋਂ ਜਗ੍ਹਾ ਬਣਦੀ ਇੱਦਾਂ ਦੀ ਗੰਦੀ ਹੁੰਦੀ ਪਰਚੇ ਦਰਜ ਹੋ ਜਾਂਦੇ ਨੇ। ਕੋਈ ਪਾਣੀ ਗੰਦਾ ਕਰੇ, ਸਰਕਾਰਾਂ ਸਖਤ ਕਾਨੂੰਨ ਲਿਆਉਂਦੀਆਂ ਨੇ। ਪਾਣੀ 'ਚੋਂ ਮਿੱਟੀ 'ਚੋਂ ਪਾਣੀ ਵੱਡੇ ਪੱਧਰ 'ਤੇ ਕੱਢੇ, ਸਰਕਾਰਾਂ ਕਾਨੂੰਨ ਲਿਆਉਂਦੀਆਂ ਨੇ ਵਿਦੇਸ਼ਾਂ ਦੇ ਵਿੱਚ ਔਰ ਉੱਥੋਂ ਦੀ ਹਵਾ ਪਾਣੀ ਧਰਤੀ ਦੀ ਸੰਭਾਲ ਸਰਕਾਰਾਂ ਕਰਦੀਆਂ ਨੇ। ਤੇ ਇਹਦਾ ਮਤਲਬ ਪੰਜਾਬ 'ਚ ਵੀ ਇਹ ਸੰਭਾਲ ਜਿਹੜੀ ਸਰਕਾਰਾਂ ਨੇ ਕਰਨੀ ਹੈ। ਤਾਂ ਇਸ ਕਰਕੇ ਸਰਕਾਰਾਂ ਦੀ ਜਿਹੜੀ ਪਾਲਿਸੀ ਆ ਹਵਾ ਪਾਣੀ ਧਰਤੀ ਨੂੰ ਸੰਭਾਲਣ ਵਾਲੀ ਬਣਾਉਣੀ ਚਾਹੀਦੀ ਆ। ਅਸੀਂ ਜਿਹੜਾ ਸਰਕਾਰ 'ਚ ਆ ਕੇ ਸੱਤਾ 'ਚ ਆ ਕੇ ਇਹ ਪਾਲਿਸੀਆਂ ਦੇ ਉੱਤੇ ਕੰਮ ਕਰਾਂਗੇ। ਫਿਰ ਆਪਾਂ ਗੱਲ ਕਰੀਏ ਕਿ ਜਿਵੇਂ ਗੱਲ ਆ ਰਹੀ ਸੀ ਵਾਤਾਵਰਨ ਤੋਂ, ਉਸ ਤੋਂ ਬਾਅਦ ਜਿਹੜੀ ਗੱਲ ਆ ਸਿਹਤ ਸਹੂਲਤਾਂ ਦੀ। ਸਿਹਤ ਸਹੂਲਤਾਂ ਕਰੋਨਾ ਦੇ ਵੇਲੇ ਬਹੁਤ ਲੋੜ ਪਈ ਹੈ, ਉੱਥੇ ਕਿਤੇ ਨਾ ਕਿਤੇ ਪੰਜਾਬ ਦੇ ਸੇਵਾਵਾਂ 'ਤੇ ਵੀ ਸਵਾਲ ਉੱਠੇ। ਤੇ ਤੁਸੀਂ ਇੱਥੇ ਮੰਨਿਆ ਜਾ ਰਿਹਾ ਕਿ ਸ਼ਾਇਦ ਤੁਸੀਂ ਬਲਾਚੌਰ ਤੋਂ ਤੇ ਪਹਿਲੀ ਵਾਰੀ ਇਸ ਹਲਕੇ 'ਚ ਆਏ ਹੋ, ਤੇ ਇੱਥੇ ਤੁਹਾਡੀ ਕਰੋਨਾ ਸਮੇਂ ਕੋਈ ਸੇਵਾਵਾਂ ਦੀ ਬਸਪਾ ਵੱਲੋਂ ਰਹੀਆਂ? ਬਹੁਜਨ ਸਮਾਜ ਪਾਰਟੀ ਪੂਰੇ ਪੰਜਾਬ ਦੇ ਵਿੱਚ, ਪੂਰੇ ਦੇਸ਼ ਦੇ ਵਿੱਚ ਅਸੀਂ ਜਿੰਨੇ ਗਰੀਬਾਂ ਮਜ਼ਦੂਰਾਂ ਨੂੰ ਘਰਾਂ 'ਚ ਪਹੁੰਚਾਉਣ ਦਾ ਕੰਮ ਕੀਤਾ, ਜਿੰਨ੍ਹਾਂ ਲੋਕਾਂ ਦੇ ਵਿੱਚ ਲੰਗਰ ਲਾਏ ਆ, ਜਿੰਨ੍ਹਾਂ ਲੋਕਾਂ ਦੇ ਘਰ ਸੈਨੀਟਾਈਜੇਸ਼ਨ ਜਾਂ ਹੋਰ ਕੀਤਾ ਆ। ਕਿਉਂਕਿ ਜਦੋਂ ਮੇਰੀ ਟਿਕਟ ਅਨਾਊਂਸ ਹੋਈ ਉਦੋਂ ਤਾਂ ਮੈਂ ਇੱਥੇ ਹੈ ਨਹੀਂ ਸੀਗਾ, ਉਦੋਂ ਕਰੋਨਾ ਕਾਲ ਵੀ ਕਾਫੀ ਰਿਲੀਫ ਮਿਲ ਚੁੱਕੀ ਸੀਗੀ, ਖੁੱਲ੍ਹ ਚੁੱਕੇ ਸੀ ਉਹ ਸਾਰੇ ਲੋਕ ਲੱਗੇ ਹੋਏ ਔਰ ਇਸ ਕਰਕੇ ਅਸੀਂ ਤਾਂ ਪਹਿਲੀ ਦਿਨ ਤੋਂ ਇਸ ਪਾਲਿਸੀ 'ਤੇ ਚੱਲਣ ਵਾਲੇ ਲੋਕ ਹੈ ਕਿ ਵਿੱਚ ਦੁਨੀਆ ਸੇਵ ਕਰਾਈਏ ਤਾਂ ਦਰਗਾਹ ਬੈਸਣ ਪਾਈਏ। ਤਾਂ ਅਸੀਂ ਤਾਂ ਆਲਰੇਡੀ ਹਜ਼ਾਰਾਂ ਸਾਲਾਂ ਤੋਂ ਖੁਦ ਵੀ ਸੇਵਾ ਕਰ ਰਹੇ ਹਾਂ, ਸਾਡੀਆਂ ਪੀੜ੍ਹੀਆਂ ਵੀ ਸੇਵਾ ਹੀ ਕਰਦੀਆਂ ਆਈਆਂ, ਤੇ ਸਾਡੇ ਨਾਲੋਂ ਵੱਡੀ ਸੇਵਾ ਕੌਣ ਕਰ ਸਕਦਾ ਆ। ਬਿਲਕੁਲ। ਇੱਕ ਬਹੁਤ ਵੱਡਾ ਮੁੱਦਾ ਰਿਹਾ ਹੈ ਕਿ ਐਸਸੀ ਵਰਗ ਨਾਲ ਬੜੇ ਧੱਕੇ ਹੁੰਦੇ ਆ ਤੇ ਉਹ ਧਨਾੜ ਲੋਕ ਹੀ ਕਰਦੇ ਨੇ, ਤੇ ਅਕਾਲੀ ਦਲ ਨੂੰ ਧਨਾੜਾਂ ਦੀ ਪਾਰਟੀ ਮੰਨਿਆ ਜਾਂਦਾ। ਇਹ ਕਿਤੇ ਨਾ ਕਿਤੇ ਤੁਹਾਨੂੰ ਪਿੰਡਾਂ ਦੇ ਵਿੱਚ ਵਖਰੇਵਾਂ ਜਾਂ ਕਿਤੇ ਨਾ ਕਿਤੇ ਇਸ ਚੀਜ਼ ਦੇ ਸਵਾਲ ਉੱਠਦੇ ਨਜ਼ਰ ਨਹੀਂ ਆ ਰਹੇ? ਦੇਖੋ, ਗੱਲ ਇਹ ਹੈਗੀ ਆ ਵੀ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਬਾਹਰਾ ਜੀਓ। ਜਾਤੀ ਧਰਮ ਨਸਲ ਸਥਾਨ ਲਿੰਗ ਇਹ ਵਿਤਕਰੇ ਜਿਹੜੇ ਆ ਇਹ ਸਰਕਾਰਾਂ ਨੇ ਖਤਮ ਕਰਨੇ ਹੁੰਦੇ ਆ, ਸਰਕਾਰਾਂ ਹੀ ਇਹਨੂੰ ਵਧਾਉਣੀਆਂ ਆ। ਅਸੀਂ ਸੱਤਾ ਵਿੱਚ ਆ ਕੇ ਇਹਨਾਂ ਵਿਤਕਰਿਆਂ ਨੂੰ ਖਤਮ ਕਰਨ ਦੇ ਲਈ ਜਿਹੜਾ ਆ ਉਹ ਕੰਮ ਕਰਾਂਗੇ। ਫਿਰ ਆਪਾਂ ਗੱਲ ਕਰੀਏ ਕਿ ਆਪਣਾ ਜਿਹੜੀ ਇੱਥੋਂ ਦਾ ਵੋਟ ਬੈਂਕ ਹੈ ਐਸਸੀ ਵਰਗ ਦੇ ਵਿੱਚ, ਤੁਸੀਂ ਵਿਸ਼ੇਸ਼ ਇਸ ਇਲਾਕੇ ਲਈ ਕੀ ਕਰਨ ਦੀ ਸੋਚਦੇ ਹੋ? ਕਿਹੜੀ ਚੀਜ਼ ਘਾਟ ਹੈ ਜਿਹੜੀ ਇਸ ਵਰਗ ਨੂੰ ਉੱਪਰ ਚੱਕੇਗੀ? ਦੇਖੋ, ਪੰਜਾਬ ਦੇ ਸਾਰੇ ਹੀ ਗਰੀਬ, ਉਹ ਕਿਸੇ ਜਾਤੀ ਕਿਸੇ ਧਰਮ ਦੇ ਹੋਣ,
ਔਰ ਖਾਸ ਤੌਰ ਤੇ ਐਸਸੀ ਬੀਸੀ ਜਮਾਤਾਂ ਜਿਨ੍ਹਾਂ ਨੂੰ ਹਜ਼ਾਰਾਂ ਸਾਲਾਂ ਤੋਂ ਦਬਾਇਆ ਗਿਆ, ਉਹਨਾਂ ਦੇ ਲਈ ਸਿਹਤ ਸਿੱਖਿਆ ਰੁਜ਼ਗਾਰ ਹੀ ਅਸਲੀ ਗੁਰੂ ਮੰਤਰ ਹੈ। ਜਦੋਂ ਵੀ ਤਰੱਕੀ ਦੇਸ਼ ਦੀ ਹੋਣੀ ਆ, ਪੰਜਾਬ ਦੀ ਹੋਣੀ ਆ, ਕਿਸੇ ਵਿਸ਼ੇਸ਼ ਵਰਗਾਂ ਦੀ ਹੋਣੀ ਆ, ਉਹ ਸਿਹਤ ਸਿੱਖਿਆ ਰੋਜ਼ਗਾਰ ਨਾਲ ਹੀ ਹੋਣੀ ਆ। ਅਸੀਂ ਸਿਹਤ ਦੇ ਮਾਮਲੇ ਦੇ ਵਿੱਚ ਇਹ ਫੈਸਲਾ ਕਰ ਚੁੱਕੇ ਹਾਂ ਕਿ ਹਰ ਸ਼ਹਿਰੀ ਦੀ ਸਿਹਤ ਠੀਕ ਰਹੇ, ਉਹਨਾਂ ਨੂੰ 10 ਲੱਖ ਰੁਪਏ ਤੱਕ ਦਾ ਇੰਸ਼ੋਰੈਂਸ ਕਵਰ ਦਿੱਤਾ ਜਾਏਗਾ, ਜਿਨ੍ਹਾਂ ਉਹਨਾਂ ਦੀ ਸਿਹਤ ਦਾ ਇਲਾਜ ਕੀਤਾ ਜਾਣਾ ਹੈ। ਹਰ ਜ਼ਿਲ੍ਹੇ ਦੇ ਵਿੱਚ ਅਸੀਂ 500 ਬੈੱਡ ਦਾ ਮੈਡੀਕਲ ਹਸਪਤਾਲ ਜਿਹੜਾ ਆ ਪਲੱਸ ਮੈਡੀਕਲ ਕਾਲਜ ਦਾ ਨਿਰਮਾਣ ਕਰਨ ਜਾ ਰਹੇ ਹਾਂ, ਜੋ ਅਸੀਂ ਗੱਠਜੋੜ ਦੀ ਪਾਲਿਸੀ ਡਿਕਲੇਅਰ ਕੀਤੀ। ਐਜੂਕੇਸ਼ਨ ਦੇ ਮਾਮਲੇ 'ਚ ਅਸੀਂ ਇਹ ਐਲਾਨ ਕਰ ਚੁੱਕੇ ਹਾਂ ਕਿ ਗਰੀਬਾਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਪਹਿਲ ਦੇ ਆਧਾਰ ਦੇ ਉੱਤੇ ਇੰਪਲੀਮੈਂਟ ਕਰਕੇ ਹਰ ਧੀ ਪੁੱਤ ਜਿਹੜਾ ਗਰੀਬ ਵਰਗਾਂ ਦਾ ਆ ਉਹਨਾਂ ਨੂੰ ਫ੍ਰੀ ਮੁਫਤ ਐਜੂਕੇਸ਼ਨ ਦਿੱਤੀ ਜਾਏਗੀ। ਔਰ ਜਿਹੜੇ ਧੀ ਪੁੱਤ ਪੰਜਾਬ ਤੋਂ ਬਾਹਰ, ਕਿਸੇ ਨੂੰ ਦਿੱਲੀ ਸੀਟ ਮਿਲ ਗਈ, ਕਿਸੇ ਨੂੰ ਬੰਗਲੌਰ, ਕਿਸੇ ਨੂੰ ਕੋਟਾ, ਜਾਂ ਪੰਜਾਬ ਤੋਂ ਬਾਹਰ ਜੇ ਕੋਈ ਆਈਲੈਟਸ ਕਰਕੇ ਜਾਣਾ ਚਾਹੁੰਦਾ, ਉਹਨਾਂ ਨੂੰ 10 ਲੱਖ ਰੁਪਏ ਤੱਕ ਦਾ ਵਿਆਜ ਮੁਕਤ ਕਰਜ਼ਾ ਉਹਨਾਂ ਦੀਆਂ ਸਕੂਲਾਂ ਕਾਲਜਾਂ ਦੀਆਂ ਸੰਸਥਾਵਾਂ ਦੇ ਵਿੱਚ ਉਹਨਾਂ ਦੇ ਖਾਤਿਆਂ 'ਚ ਫੀਸਾਂ ਭਰ ਕੇ ਉਹਨਾਂ ਨੂੰ ਇਸ ਕਰਜ਼ਿਆਂ ਤੋਂ ਵਿਦਿਆਰਥੀਆਂ ਨੂੰ ਪੜ੍ਹਾਈ ਵਾਲਾ ਮਾਹੌਲ ਦਿੱਤਾ ਜਾਏਗਾ। ਔਰ ਰੁਜ਼ਗਾਰ ਦੇ ਮਾਮਲੇ 'ਚ ਅਸੀਂ ਐਲਾਨ ਕਰ ਚੁੱਕੇ ਹਾਂ ਕਿ 1 ਲੱਖ ਸਰਕਾਰੀ ਨੌਕਰੀ 5 ਸਾਲਾਂ 'ਚ ਔਰ 10 ਲੱਖ ਪ੍ਰਾਈਵੇਟ ਰੋਜ਼ਗਾਰ ਪੰਜਾਬ ਦੇ ਵਿੱਚ ਖੜੇ ਕੀਤੇ ਜਾਣਗੇ, ਜਿਹਦੇ ਤਹਿਤ ਅਸੀਂ ਇਹ ਵੀ ਐਲਾਨ ਕੀਤਾ ਕਿ ਪੰਜਾਬ ਦੇ ਹਰ ਧੀ ਪੁੱਤ ਨੂੰ ਜਿਹੜਾ ਰੋਜ਼ਗਾਰ ਕਰਨਾ ਚਾਹੁੰਦਾ, ਉਹਨੂੰ ਦੁਕਾਨ ਬਣਾਉਣੀ ਚਾਹੁੰਦਾ, ਦੁਕਾਨ ਵੱਡੀ ਕਰਨੀ ਚਾਹੁੰਦਾ, 5 ਲੱਖ ਰੁਪਏ ਤੱਕ ਦਾ ਵਿਆਜ ਮੁਕਤ ਕਰਜ਼ਾ ਵੀ ਦਿੱਤਾ ਜਾਏਗਾ। ਇਸ ਕਰਕੇ ਸਾਡਾ ਜਿਹੜਾ ਇਹ ਮੁੱਖ ਏਜੰਡਾ ਸਿਹਤ ਸਿੱਖਿਆ ਰੋਜ਼ਗਾਰ, ਅਸੀਂ ਪਾਲਿਸੀ ਬਣਾ ਚੁੱਕੇ ਹਾਂ ਔਰ ਗਲੀ ਗਲੀ ਮੁਹੱਲੇ 'ਚ ਅਸੀਂ ਉਹਦਾ ਪ੍ਰਚਾਰ ਕਰ ਰਹੇ ਹਾਂ। ਗੜੀ ਸਾਹਿਬ, ਜਿਵੇਂ ਕਿ ਤੁਸੀਂ ਆਪਣੇ ਐਲਾਨਾਂ ਦੀ ਗੱਲ ਕੀਤੀ ਜਾਂ ਸੰਕਲਪ ਪੱਤਰ ਜਾਂ ਚੋਣ ਮਨੋਰਥ ਪੱਤਰ ਦੇ ਵਿੱਚ ਜਿਹੜੇ ਵਾਅਦੇ ਜਾਂ ਯਕੀਨੀ ਦਿਵਾਉਣ ਦੀ ਗੱਲ ਕਰਦੇ ਹੋ ਤੁਸੀਂ, ਉਹਨਾਂ ਦੀ ਗੱਲ, ਉਹਦੇ ਵਿੱਚ ਇੱਕ ਹੈਗਾ 10 ਲੱਖ ਰੁਪਈਆ ਦੇਵਾਂਗੇ ਅਸੀਂ ਜੇ ਕਿਸੇ ਨੇ ਵਿਦੇਸ਼ ਜਾਣਾ ਹੋਵੇ, ਤਾਂ ਉਹ 'ਤੇ ਇੱਕ ਬੜੇ ਸਵਾਲ ਵੀ ਉੱਠ ਰਹੇ ਨੇ ਕਿ ਸਾਰੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਸਾਡੀ ਨੌਜਵਾਨੀ ਬਾਹਰ ਜਾ ਰਹੀ ਹੈ ਤੇ ਉਹਨੂੰ ਇੱਥੇ ਰੋਕਿਆ ਜਾਵੇ, ਉਹ ਸਹੂਲਤਾਂ ਇੱਥੇ ਹੀ ਪੈਦਾ ਕੀਤੀਆਂ ਜਾਣ, ਬਾਹਰ ਜਾਣ ਦੀ ਗੱਲ 'ਤੇ ਸਵਾਲ ਉੱਠ ਰਹੇ ਨੇ। ਇਹ ਫੈਸਲਾ ਕੀਤਾ ਜਿਹੜੇ ਪੰਜਾਬ ਤੋਂ ਬਾਹਰ, ਚਾਹੇ ਉਹ ਦਿੱਲੀ ਪੜ੍ਹਨਾ ਚਾਹੁੰਦਾ, ਬੰਗਲੌਰ, ਕੋਟਾ, ਰਾਜਸਥਾਨ, ਕਿਤੇ ਵੀ, ਔਰ ਜਾਂ ਵਿਦੇਸ਼ਾਂ ਵਿੱਚ ਪੜ੍ਹਨਾ ਚਾਹੁੰਦਾ, ਕਿਉਂਕਿ ਪੰਜਾਬ ਤਾਂ ਸਾਰਾ ਹੀ ਪੜ੍ਹਨਾ ਚਾਹੁੰਦਾ ਤੁਰਿਆ ਆ। ਇਸ ਕਰਕੇ ਅਸੀਂ ਇਹ ਜਿਹੜੀ ਸਕੀਮ ਆ ਇਹ ਲਿਆਂਦੀ ਆ ਕਿ ਉਹਨਾਂ ਨੂੰ ਜਿਹੜਾ 10 ਲੱਖ ਰੁਪਏ ਤੱਕ ਦਾ ਜਿਹੜਾ ਵਿਆਜ ਮੁਕਤ ਕਰ ਦਿੱਤਾ। ਹਾਂ ਗੜੀ ਸਾਹਿਬ, ਗੱਲ ਇਹ ਹੈ ਕਿ ਆਪਾਂ ਗੱਲ ਕਰ ਰਹੇ ਸੀਗੇ ਵਿਦੇਸ਼ ਭੇਜਣ ਦੀ। ਆਪਣਾ ਟੈਲੈਂਟ ਜੇ ਵਿਦੇਸ਼ ਚਲਾ ਗਿਆ ਤਾਂ ਫਿਰ ਪੰਜਾਬ ਵਾਸਤੇ ਕੀ ਬਚੇਗਾ? ਡਾਕਟਰ ਅੰਬੇਡਕਰ ਵੀ ਵਿਦੇਸ਼ 'ਚ ਪੜ੍ਹ ਕੇ ਆਇਆ ਸੀ। ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਵੀ ਕਿਸੇ ਰਾਜੇ ਨੇ, ਸ਼ਿਆਜੀ ਗਾਇਕਵਾੜ ਬੜੌਦਾ ਰਿਆਸਤ ਦੇ, ਉਹਨਾਂ ਨੇ ਬਕਾਇਦਾ ਕਰਜ਼ਾ ਦਿੱਤਾ ਸੀ ਔਰ ਵਿਦੇਸ਼ ਪੜ੍ਹਨ ਗਏ ਸੀ। ਬੌਂਡ ਕਰਜ਼ਾ ਸੀ, ਬੌਂਡ ਪੜ੍ਹਨ ਤੋਂ ਬਾਅਦ ਬੌਂਡ ਸਾਈਨ ਸੀ ਬਾਬਾ ਸਾਹਿਬ ਅੰਬੇਡਕਰ ਦਾ ਬੜੌਦਾ ਰਿਆਸਤ ਦੇ ਨਾਲ। ਅਸੀਂ ਪੰਜਾਬ ਦੇ ਧੀਆਂ ਪੁੱਤਾਂ ਨੂੰ ਬਾਬਾ ਸਾਹਿਬ ਅੰਬੇਡਕਰ ਦੀ ਤਰ੍ਹਾਂ ਹੀ ਪੜ੍ਹਾਉਣਾ ਚਾਹੁੰਦੇ ਹਾਂ, ਵਧੀਆ ਯੂਨੀਵਰਸਿਟੀਆਂ 'ਚ ਕਰਜ਼ਾ ਮੁਕਤ ਰੱਖ ਕੇ, ਦਿਮਾਗ ਤੇ ਪਰੇਸ਼ਾਨੀਆਂ ਮੁਕਤ ਰੱਖ ਕੇ। ਉਹ ਚਾਹੇ ਪੰਜਾਬ ਤੋਂ ਬਾਹਰ ਦੇਸ਼ ਵਿੱਚ ਪੜ੍ਹੇ, ਚਾਹੇ ਪੰਜਾਬ ਤੋਂ ਦੇਸ਼ ਤੋਂ ਵੀ ਬਾਹਰ ਵਿਦੇਸ਼ ਵਿੱਚ ਪੜ੍ਹੇ। ਅਸੀਂ ਉਹਨਾਂ ਪੰਜਾਬ ਦੇ ਧੀਆਂ ਪੁੱਤਾਂ ਨੂੰ ਆਪਣੇ ਨਾਲ ਜੋੜ ਕੇ ਬੰਨ੍ਹ ਕੇ ਰੱਖਣਾ ਚਾਹੁੰਦੇ ਹਾਂ ਪੰਜਾਬ ਦੀ ਮਿੱਟੀ ਨਾਲ, ਤਾਂ ਜੋ ਜਦੋਂ ਉਹਨਾਂ ਨੂੰ ਮਹੀਨੇ ਬਾਅਦ ਮੋਟੀਆਂ ਤਨਖਾਹਾਂ ਮਿਲਣ ਤਾਂ ਉਹ ਯਾਦ ਕਰਨ ਕਿ ਜੇ ਪੰਜਾਬ ਸਰਕਾਰ ਨਾ ਹੁੰਦੀ, ਪੰਜਾਬ ਸਰਕਾਰ ਨੇ ਸਾਡੀ ਹੈਲਪ ਨਾ ਕੀਤੀ ਹੁੰਦੀ, ਤਾਂ ਅਸੀਂ ਇੱਥੇ ਤੱਕ ਕਦੇ ਨਾ ਪੁੱਜਦੇ। ਪਤਾ ਨਹੀਂ ਉਹਨਾਂ ਵਿੱਚੋਂ ਕਿਹਨਾਂ ਨੇ ਪੰਜਾਬ ਦੀ ਤਕਦੀਰ ਬਦਲਣ ਲਈ ਪੰਜਾਬ 'ਚ ਵਾਪਸ ਆ ਜਾਣਾ ਆ ਔਰ ਪੰਜਾਬ ਦੇ ਵਿੱਚ ਉਹੀ ਰੂਹੇ ਰਵਾ ਨਵੇਂ ਤਰੀਕੇ ਨਾਲ ਭਰ ਦੇਣੀ ਜਿੱਦਾਂ ਬਾਬਾ ਸਾਹਿਬ ਅੰਬੇਡਕਰ ਨੇ ਪੂਰੇ ਦੇਸ਼ ਵਿੱਚ ਭਰੀ ਆ। ਹਾਂ, ਆਪਾਂ ਹੁਣ ਲਾਸਟ ਸਵਾਲਾਂ ਵੱਲ ਵੱਧਦੇ ਹਾਂ। ਸਿਰਫ ਪਹਿਲਾਂ ਆਪਾਂ ਇਕੱਲੇ ਇਸ ਹਲਕੇ ਦੀ ਗੱਲ ਕਰਾਂਗੇ, ਫਗਵਾੜੇ ਦੀ। ਫਗਵਾੜੇ ਦੇ ਵਿੱਚ ਜੇ ਆਪਾਂ ਪਿਛਲੀ ਬਾਈਪੋਲ ਦੀ ਗੱਲ ਕਰੀਏ ਤਾਂ ਉਦੋਂ ਆਪਾਂ ਤੀਸਰੇ ਸਥਾਨ 'ਤੇ ਰਹੇ ਹਾਂ, ਅਤੇ ਇਸ ਵਾਰੀ ਕੀ ਮਾਹੌਲ ਹੈ? ਫਗਵਾੜੇ 'ਚ ਅਸੀਂ ਜਿੱਤਣ ਜਾ ਰਹੇ ਹਾਂ। ਬਸਪਾ ਅਕਾਲੀ ਦਲ ਦਾ ਉਮੀਦਵਾਰ ਗੱਠਜੋੜ, ਅਸੀਂ ਵੱਡੀ ਲੀਡ ਨਾਲ ਜਿੱਤਾਂਗੇ ਇੱਥੋਂ। ਇਹ ਸਨ ਗੜੀ ਸਾਹਿਬ, ਜਿਨ੍ਹਾਂ ਦਾ ਦਾਅਵਾ ਕਿ ਉਹ ਵੱਡੀ ਲੀਡ ਨਾਲ ਫਗਵਾੜੇ ਤੋਂ ਜਿੱਤਣਗੇ। ਉਹਨਾਂ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਅਤੇ ਬਸਪਾ ਗੱਠਜੋੜ ਪੂਰੇ ਹੀ ਪੰਜਾਬ ਦੇ ਵਿੱਚ ਬਹੁਤ ਅੱਛਾ ਪਰਫਾਰਮ ਕਰ ਰਹੀ ਹੈ, ਲੋਕ ਉਹਨਾਂ 'ਤੇ ਵਿਸ਼ਵਾਸ ਕਰ ਰਹੇ ਨੇ, ਅਤੇ ਦੇਖਦੇ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਲੋਕ ਇਹਨਾਂ ਨੂੰ ਕੀ ਸਥਾਨ ਦਿੰਦੇ ਨੇ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀਤੇ ਹੋਏ ਵਾਅਦਿਆਂ 'ਤੇ ਜੇ ਸੱਤਾ ਚਾਹੁੰਦੇ ਨੇ ਇਹ ਗੱਠਜੋੜ, ਤਾਂ ਲੋਕਾਂ ਲਈ ਕਿਹੜੀਆਂ ਉਮੀਦਾਂ ਪੂਰੀਆਂ ਕਰਦੇ ਨੇ ਅਤੇ ਲੋਕ ਇਹਨਾਂ ਨੂੰ ਅੱਗੇ ਕੀ ਸਥਾਨ ਦਿੰਦੇ ਨੇ। ਕੈਮਰਾਮੈਨ ਪ੍ਰਵੀਨ ਦੇ ਨਾਲ ਮੈਂ ਲਿਬਰੇਟ।